ਅਧਿਆਇ ਚੌਥਾ। ਮੁਕੱਦਮਾ ਤੇ ਮੌਤ। ਸੁਕਰਾਤ ਦੇ ਜੀਵਨ ਦੇ ਆਖਰੀ ਸਾਲ ਅਜਿਹਾ ਦੌਰ ਹੈ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਇਸ ਘਟਨਾ ਦਾ ਨਾ ਤਾਂ ਸਿਰਫ ਉਸ ਦੇ ਜੀਵਨ ਲੇਖਕਾਂ ਨੇ ਵਰਣਨ ਕੀਤਾ, ਬਲਕਿ ਐਥਨਜ਼ ਦੇ ਰਾਜ ਸੰਬੰਧੀ ਰਿਕਾਰਡਾਂ ਵਿੱਚ ਵੀ ਇਹ ਘਟਨਾ ਦਰਜ ਹੈ। ਉਸ ਦੇ ਜੀਵਨ ਦਾ ਆਖਰੀ ਹਿੱਸਾ ਹੀ ਸਭ ਤੋਂ ਵੱਧ ਪ੍ਰਮਾਣਿਕ ਹੈ। ਉਹ ਜੀਵਨ ਦੇ ਬਿਰਲੇ ਟਾਵੇਂ ਅਜਿਹੇ ਵਿਦਵਾਨਾਂ ਵਿੱਚੋਂ ਹੈ ਜਿਸ ਨੂੰ ਉਹਦੇ ਵਿਚਾਰਾਂ ਲਈ ਕੈਦ ਕਰਕੇ ਨਾ ਸਿਰਫ ਮੁਕੱਦਮਾ ਚਲਾਇਆ ਗਿਆ, ਸਗੋਂ ਉਹਨਾਂ ਵਿਚਾਰਾਂ ਦੇ ਫੈਲਾਅ ਬਦਲੇ ਮੌਤ ਦੀ ਸਜ਼ਾ ਦਿੱਤੀ ਗਈ। ਸੁਕਰਾਤ ਦੇ ਦਾਰਸ਼ਨਿਕ ਵਾਦ ਵਿਵਾਦ ਉਸ ਦੇ ਜੀਵਨ ਦੇ ਦੌਰਾਨ ਹੀ ਬਹੁਤ ਮਕਬੂਲ ਹੋ ਗਏ ਸਨ। ਵੱਡੀ ਪੱਧਰ ਤੇ ਐਥਨਜ਼ ਦੇ ਨੌਜਵਾਨ ਉਸ ਕੋਲ ਆਉਂਦੇ ਤੇ ਆਪਣੇ ਗਿਆਨ ਨੂੰ ਸੰਵਾਦ ਦੀ ਸ਼ਾਨ ਤੇ ਲਾ ਕੇ ਤਿੱਖਾ ਕਰਦੇ। ਸੁਕਰਾਤ ਦੀ ਸਧਾਰਨ ਜਿਹੀ ਦਿਸਦੀ ਕਾਇਆ ਨੌਜਵਾਨਾਂ ਉੱਪਰ ਜਾਦੂ ਧੂੜ ਦਿੰਦੀ। ਉਹ ਉਸਦੇ ਆਕਰਸ਼ਣ ਵਿੱਚ ਬੱਝੇ ਮਹਿਸੂਸ ਕਰਦੇ। ਇਸ ਸੰਬੰਧ ਵਿੱਚ ਪਲੇਟੋ ਦੀ ਟਿੱਪਣੀ ਦੇਖਣਯੋਗ ਹੈ। ਦੋਸਤੋ, ਜੇਕਰ ਤੁਸੀਂ ਮੈਨੂੰ ਨਸ਼ੇ ਵਿੱਚ ਨਾ ਸਮਝੋ ਤਾਂ ਅੱਜ ਮੈਂ ਸਹੁੰ ਖਾ ਕੇ ਤੁਹਾਨੂੰ ਦੱਸਾਂਗਾ ਕਿ ਸੁਕਰਾਤ ਦੇ ਸ਼ਬਦਾਂ ਨੇ ਮੇਰੇ ਉੱਪਰ ਕੈਸਾ ਪ੍ਰਭਾਵ ਪਾਇਆ, ਜੋ ਹੁਣ ਵੀ ਬਰਕਰਾਰ ਹੈ। ਮੈਂ ਜਦ ਵੀ ਉਸਦਾ ਭਾਸ਼ਣ ਸੁਣਿਆ, ਖੁਸ਼ੀ ਨਾਲ ਮੇਰਾ ਦਿਲ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਧੜਕਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਨੂੰ ਯਾਦ ਹੈ ਕਿ ਹੋਰ ਵੀ ਅਜਿਹੇ ਲੋਕ ਸਨ ਜਿਨ੍ਹਾਂ ਦੀ ਹਾਲਤ ਅਜਿਹੀ ਹੀ ਸੀ। ਪਹਿਲਾਂ ਜਦੋਂ ਮੈਂ ਪੈਰੀਕਲੀਜ਼ ਤੇ ਹੋਰ ਬੁਲਾਰਿਆਂ ਦਾ ਭਾਸ਼ਣ ਸੁਣਦਾ ਸਾਂ ਤਾਂ ਉਹਨਾਂ ਦੇ ਚੰਗਾ ਹੋਣ ਬਾਰੇ ਮੇਰੀ ਧਾਰਨਾ ਬਣ ਜਾਂਦੀ ਸੀ, ਪਰ ਮੈਨੂੰ ਇਸ ਤਰ੍ਹਾਂ ਦਾ ਅਨੁਭਵ ਨਹੀਂ ਸੀ ਹੁੰਦਾ। ਮੈਨੂੰ ਮੇਰੀ ਰੂਹ ਦੇ ਦਾਸ ਬਣ ਜਾਣ ਦਾ ਅਹਿਸਾਸ ਨਹੀਂ ਹੁੰਦਾ ਸੀ। ਇਸ ਤਰ੍ਹਾਂ ਦਾ ਵਿਆਕੁਲਤਾ ਤੇ ਗੁੱਸੇ ਦਾ ਵੀ ਮੇਰੀਆਂ ਭਾਵਨਾਵਾਂ ਵਿੱਚ ਜਾਗਰਤ ਨਹੀਂ ਸੀ ਹੁੰਦਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੁਕਰਾਤ ਦੇ ਦਰਸ਼ਨ ਦਾ ਪ੍ਰਭਾਵ ਨੌਜਵਾਨਾਂ ਤੇ ਕਿੰਨਾ ਡੂੰਘਾ ਸੀ। ਜਿੱਥੇ ਸੋਫਿਸਟਾਂ ਦਾ ਗਿਆਨ, ਸਿੱਖਿਆਵਾਂ ਤੇ ਨਸੀਹਤਾਂ ਰਾਹੀਂ ਜਿਗਿਆਸੂ ਦੀ ਚੇਤਨਾ ਨੂੰ ਖੁੰਡੀ ਤ੍ਰਿਪਤੀ ਦੇ ਕੇ ਘਰ ਭੇਜਦਾ ਸੀ, ਸੁਕਰਾਤ ਕੋਲੋਂ ਜਾਣ ਵਾਲਾ ਹਰ ਜਿਗਿਆਸੂ ਬੇਚੈਨੀ ਲੈ ਕੇ ਪਰਤਦਾ ਸੀ। ਇਹ ਬੇਚੈਨੀ ਉਸਦੇ ਅਗਲੇਰੇ ਗਿਆਨ ਅਭਿਆਸ ਦਾ ਰਾਹ ਪੱਧਰਾ ਕਰਦੀ ਸੀ। ਦਵੰਦਵਾਦੀ ਦਰਸ਼ਨ ਵਾਦ ਵਿਵਾਦ ਸੰਵਾਦ ਵਾਂਗ ਸੁਕਰਾਤ ਵਿਚਾਰ ਸੰਵਾਦ ਅਭਿਆਸ ਦੀ ਦਰਸ਼ਨ ਵਿਧੀ ਦਾ ਪ੍ਰਸਾਰਕ ਸੀ। ਜਿੱਥੇ ਹੋਰ ਚਿੰਤਕ ਜੰਗਲਾਂ ਵਿੱਚ ਜਾ ਕੇ ਦੇਸ਼ ਵਿਦੇਸ਼ ਘੁੰਮ ਕੇ ਗਿਆਨ ਦੀ ਤਲਾਸ਼ ਕਰਦੇ ਸਨ, ਸੁਕਰਾਤ ਸ਼ਹਿਰ ਦੇ ਲੋਕਾਂ ਦੀ ਭੀੜ ਵਿੱਚ ਜਾ ਕੇ ਸੰਵਾਦ ਰਚਾਉਂਦਾ ਸੀ। ਉਸਦੇ ਦੌਰ ਦੇ ਹੋਰ ਚਿੰਤਕ ਆਪਣੇ ਸਕੂਲ ਬਣਾ ਕੇ ਗਿਆਨ ਦੀ ਸਿਖਲਾਈ ਦਿੰਦੇ ਸਨ। ਸੁਕਰਾਤ ਲਈ ਸ਼ਹਿਰ ਦੇ ਚੁਰਸਤੇ, ਸਾਂਝੀਆਂ ਥਾਵਾਂ, ਕਾਬਾ ਘਰ, ਗਲੀ ਮੁਹੱਲੇ ਤੇ ਨੁੱਕਰਾਂ ਸਭ ਸਕੂਲ ਹੀ ਸਨ। ਉਸਦੇ ਪੂਰਵਕਾਲੀ ਤੇ ਸਮਕਾਲੀ ਆਪਣਾ ਮੱਠ ਸਥਾਪਿਤ ਕਰਕੇ ਧਾਰਨਾਵਾਂ ਦੀ ਦ੍ਰਿੜਤਾ ਲਈ ਕਾਰਜ ਕਰਦੇ ਸਨ। ਸੁਕਰਾਤ ਵਿਚਾਰਾਂ ਦੀ ਵਿਡੰਬਨ ਦਾ ਹਮਾਇਤੀ ਸੀ। ਉਹ ਤਿੱਖੇ ਸਵਾਲਾਂ ਨਾਲ ਦੂਜੇ ਦੀਆਂ ਰਾਵਾਂ ਨੂੰ ਤੇਜ਼ ਕਰਦਾ ਸੀ ਤੇ ਆਪਣੇ ਆਪ ਨੂੰ ਰੱਦ ਕੀਤੇ ਜਾਣਾ ਪਸੰਦ ਵੀ ਕਰਦਾ ਸੀ। ਹੋਰ ਵਿਦਵਾਨਾਂ ਲਈ ਗਿਆਨ ਇੱਕ ਪਾਸੜ ਉਦਾਹਰਨ ਹੈ। ਸੁਕਰਾਤ ਲਈ ਦੋ ਬਰਾਬਰ ਦੇ ਵਿਚਾਰਾਂ ਦੇ ਟਕਰਾਅ ਰਾਹੀਂ ਤੀਸਰੇ ਕਿਸੇ ਵਿਚਾਰ ਦੀ ਖੋਜ ਦਾ ਤਰੀਕਾ। ਇਸ ਤੀਸਰੇ ਵਿਚਾਰ ਨੂੰ ਉਹ ਨਵੀਂ ਪਰਿਭਾਸ਼ਾ ਕਹਿੰਦਾ ਸੀ ਜਿਸ ਵਿੱਚ ਪਹਿਲੇ ਦੋ ਵਿਚਾਰ ਸ਼ਾਮਲ ਹਨ। ਉਸਦਾ ਕਥਨ ਹੈ, ਆਪਾਂ ਦੋਵਾਂ ਦੇ ਵਿਚਾਰਾਂ ਦਾ ਕੁਝ ਹਿੱਸਾ ਆਪਣੀ ਚੇਤਨਾ ਵਿੱਚ ਲਟਕਿਆ ਰਹਿ ਜਾਵੇਗਾ। ਨੌਜਵਾਨ, ਇਹੀ ਅਵਸ਼ੇਸ਼ ਅਗਲੇ ਗਿਆਨ ਅਭਿਆਸ ਦੇ ਰਾਹ ਵਿੱਚ ਸਾਡੇ ਨਾਲ ਤੁਰੇਗਾ। ਜੇ ਤੇਰੇ ਨਾਲ ਐਸਾ ਨਾ ਹੋਇਆ ਤਾਂ ਮੈਂ ਸਮਝਾਂਗਾ ਮੈਂ ਕਿਸੇ ਉੱਚੀ ਜਗ੍ਹਾ ਤੇ ਖੁਦ ਨੂੰ ਬਿਠਾ ਲਿਆ ਹੈ। ਉਸਦੇ ਸਮਕਾਲ ਦੇ ਵਿਦਵਾਨ ਆਪਣੇ ਗਿਆਨ ਦਿਖਿਆ ਬਦਲੇ ਧਨ ਵਸੂਲ ਕਰਦੇ ਸਨ। ਸੁਕਰਾਤ ਐਸੇ ਕਿਸੇ ਵੀ ਸਵਾਰਥ ਤੋਂ ਰਹਿਤ ਸੀ। ਬਹੁਤੇ ਵਿਦਵਾਨਾਂ, ਖਾਸ ਕਰਕੇ ਸੋਫਿਸਟਾਂ ਨੇ ਅਮੀਰ ਘਰਾਣਿਆਂ ਦੇ ਨੌਜਵਾਨਾਂ ਨੂੰ ਆਪਣੇ ਚੇਲੇ ਬਣਾਇਆ। ਸੁਕਰਾਤ ਲਈ ਐਸੀ ਕੋਈ ਬੰਦਿਸ਼ ਨਹੀਂ ਸੀ। ਪਲੇਟੋ ਸਰਦੇ ਪੁੱਜਦੇ ਘਰਾਣੇ ਦਾ ਫਰਜ਼ੰਦ ਸੀ ਜੋ ਰਾਜਨੀਤੀ ਦੇ ਖੇਤਰ ਵਿੱਚ ਸ਼ਿਖਰਾਂ ਛੂਹਣ ਦੀ ਪਰਿਵਾਰ ਦੀ ਇੱਛਾ ਲੈ ਕੇ ਸੁਕਰਾਤ ਕੋਲ ਆਇਆ, ਪਰ ਹਮੇਸ਼ਾ ਵਾਸਤੇ ਉਸਦਾ ਹੋ ਕੇ ਹੀ ਰਹਿ ਗਿਆ। ਸੁਕਰਾਤ ਨੂੰ ਸ਼ਾਗਿਰਦ ਜਾਂ ਚੇਲੇ ਸ਼ਬਦ ਨਾਲ ਵੀ ਘਿਰਣਾ ਸੀ। ਉਸਦੇ ਪ੍ਰਸ਼ੰਸਕਾਂ ਵਿੱਚ ਐਥਨਜ਼ ਦੇ ਕਵੀ, ਚਿੱਤਰਕਾਰ, ਬੁੱਤਘਾੜੇ, ਰਾਜਨੀਤੀਮਾਨ, ਵਪਾਰੀ, ਦਰਜੀ, ਮੋਤੀ ਸ਼ਿਲਪਕਾਰ ਤੇ ਸਫਾਈ ਸੇਵਕ ਵੀ ਸਨ। ਗਿਆਨ ਤੋਂ
ਵਿਆਹੁਣੇ ਵਰਗਾਂ ਤੇ ਵਿਚਾਰਸ਼ੀਲਤਾ ਵਿੱਚ ਭਾਗੀਦਾਰੀ ਦੇ ਕੇ ਸੁਕਰਾਤ ਸਮਾਜ ਨੂੰ ਮੋੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੇ ਜੀਵਨ ਕਾਲ ਦੌਰਾਨ ਐਥਨਜ਼ ਦੇ ਨੌਜਵਾਨ ਵਿੱਚ ਉਹ ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਸਿੰਪੋਜ਼ੀਅਮ ਵਿੱਚ ਹੋਏ ਜ਼ਿਕਰ ਅਨੁਸਾਰ 800 ਤੋਂ ਵਧੇਰੇ ਨੌਜਵਾਨ ਆਪਣੀ ਜਿਗਿਆਸਾ ਤੇ ਸਵਾਲ ਲੈ ਕੇ ਉਸ ਕੋਲ ਆਉਂਦੇ ਸਨ। ਇਹ ਨੌਜਵਾਨ ਸੁਕਰਾਤ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਆਪਣਾ ਗਿਆਨ ਪਰਖਦੇ, ਅਧਿਐਨ ਨਾਲ ਜੁੜਦੇ ਤੇ ਸਮਾਜ ਵਿੱਚ ਇਹਨਾਂ ਵਿਚਾਰਾਂ ਨੂੰ ਪ੍ਰਸਾਰਿਤ ਕਰਦੇ। ਉਸ ਦੌਰ ਦੇ ਸਮਾਜ ਲਈ ਅਜਿਹੇ ਵਿਚਾਰ ਬੇਹੱਦ ਨਵੇਂ ਸਨ। ਕਿਸੇ ਵੀ ਦੌਰ ਦੀ ਮਨੁੱਖੀ ਇਕਾਈ, ਜਿਸਨੂੰ ਅਸੀਂ ਸਮਾਜ ਕਹਿੰਦੇ ਹਾਂ, ਬੇਹੱਦ ਅਸੁਰੱਖਿਅਤ ਇਕੱਠ ਹੁੰਦਾ ਹੈ। ਸਮਾਜਕ ਮਾਨਵਤਾ ਦੇ ਨਾਂ ਤੇ ਕੁਝ ਵਿਚਾਰਾਂ ਮਾਨਤਾਵਾਂ ਦੀ ਪੈਰਵੀ ਕਿਸੇ ਅਲਿਖਤ ਨੇਮ ਵਾਂਗ ਹੁੰਦੀ ਹੈ। ਇਸੇ ਨਾਲ ਮਨੁੱਖੀ ਨੈਤਿਕਤਾ, ਸਦਾਚਾਰ ਤੇ ਫਰਜ਼ਾਂ ਨੂੰ ਜੋੜ ਕੇ ਸਮਾਜਕ ਪ੍ਰਬੰਧ ਅਗਾਂਹ ਪ੍ਰਸਾਰਿਤ ਹੁੰਦਾ ਹੈ। ਸਮਾਜਕ ਗਤੀ ਆਪਣੇ ਨਾਲ ਬਹਿ ਜਾਣ ਵਾਲੀ ਚੇਤਨਾ ਨੂੰ ਆਪਣੇ ਗੌਰਵ ਦੇ ਅਹਿਸਾਸ ਨਾਲ ਸਰਸਾਰ ਕਰੀ ਰੱਖਦੀ ਹੈ। ਜਿਹੜੇ ਵੀ ਵਿਚਾਰ ਇਹ ਬਹਾਵ ਵਿੱਚ ਰੁਕਾਵਟ ਬਣਦੇ ਹੋਣ, ਉਹਨਾਂ ਨੂੰ ਹਜ਼ਮ ਕਰਨਾ ਸਮਾਜ ਲਈ ਬੇਹੱਦ ਔਖਾ ਹੁੰਦਾ ਹੈ। ਇਸ ਲਈ ਅਜਿਹੇ ਵਿਚਾਰ ਰੱਖਣ ਵਾਲਿਆਂ ਨੂੰ ਅਸਮਾਜਕ ਕਹਿ ਕੇ ਸਮਾਜਕ ਬਹਾਅ ਤੋਂ ਦਰਕਿਨਾਰ ਕੀਤਾ ਜਾਂਦਾ ਹੈ। ਨਤੀਜਨ ਇਹਨਾਂ ਨਵੇਂ ਵਿਚਾਰਾਂ ਦੀ ਧਾਰਨੀ ਗੁਨਾਹ ਦੇ ਅਹਿਸਾਸ ਨਾਲ ਸਰਸਾਰ ਕਰੀ ਰੱਖਦੀ ਹੈ। ਫਿਰ ਉਹ ਸਮਾਜ ਦੇ ਵਿਚਾਰਕ ਬਹਾਅ ਦੇ ਹੇਰਵੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਵਿਸਾਦ ਦੀ ਸਥਿਤੀ ਭੋਗਦੇ ਹਨ। ਬਾਕੀਆਂ ਨੂੰ ਅਨੈਤਿਕ ਕਹਿ ਕੇ ਸਜ਼ਾ ਦੇ ਭਾਗੀ ਬਣਾਉਣਾ ਸੌਖਾ ਹੋ ਜਾਂਦਾ ਹੈ। ਸੁਕਰਾਤ ਨਾਲ ਵੀ ਅਜਿਹਾ ਹੀ ਹੋਇਆ। ਐਥਨਜ਼ ਦੀ ਸੰਸਦ ਨੂੰ ਕਚਹਿਰੀ ਬਣਾ ਕੇ ਉਸ ਉੱਪਰ ਮੁਕੱਦਮਾ ਚਲਾਇਆ ਗਿਆ। ਇਹ ਮੁਕੱਦਮਾ ਤੇ ਇਸ ਦਾ ਨਤੀਜਾ ਵਿਸ਼ਵ ਦੇ ਦਰਸ਼ਨ ਤੇ ਰਾਜਨੀਤੀ ਦੇ ਇਤਿਹਾਸ ਦੀ ਬਹੁਤ ਵਿਲੱਖਣ ਤੇ ਸ਼ਰਮਨਾਕ ਘਟਨਾ ਹੈ। ਐਥਨਜ਼ ਦੇ ਅਮੀਰਾਂ ਵੱਲੋਂ ਸੁਕਰਾਤ ਦੇ ਖਿਲਾਫ ਇੱਕ ਮੁਕੱਦਮਾ ਕੀਤਾ ਗਿਆ। ਇਸ ਮੁਕੱਦਮੇ ਵਿੱਚ ਸੁਕਰਾਤ ਉੱਪਰ ਤੌਹਮਤ ਲਾਉਣ ਵਾਲਿਆਂ ਵਿੱਚ ਇੱਕ ਅਮੀਰ ਸ਼ਿਲਪਕਾਰ ਐਨਾਈਟਸ ਸੀ, ਜੋ ਆਪਣੀ ਬਾਅਦ ਦੀ ਜ਼ਿੰਦਗੀ ਵਿੱਚ ਬੁਰੇ ਹਾਲਾਤ ਭੋਗ ਕੇ ਮਰਿਆ। ਲਾਈਕਾਨ ਐਥਨਜ਼ ਦਾ ਰਾਜਸੀ ਆਗੂ ਸੀ, ਜਿਸਨੂੰ ਸੁਕਰਾਤ ਦੀ ਸ਼ਖਸੀਅਤ, ਉਸਦੇ ਵਿਚਾਰਾਂ ਤੇ ਉਸਦੀ ਹਰਮਨ ਪਿਆਰਤਾ ਨਾਲ ਚਿੜ ਸੀ। ਤੀਸਰਾ ਉਸ ਸਮੇਂ ਤੱਕ ਅਣਗੌਲਿਆ ਰਿਹਾ ਕਵੀ ਮੈਲੀਟਸ ਸੀ। ਇਹ ਤਿੰਨੇ ਰੂੜੀਵਾਦੀ ਵਿਚਾਰਾਂ ਦੇ ਹਮਾਇਤੀ ਸਨ ਤੇ ਦਾਰਸ਼ਨਿਕ ਦੇ ਤੌਰ ਤੋਂ ਅਜਿਹੀ ਹਸਤੀ ਨੂੰ ਮਾਨਤਾ ਦੇਣ ਦੇ ਹੱਕ ਵਿੱਚ ਸਨ ਜੋ ਸਮਾਜਕ ਪ੍ਰਬੰਧ ਦਾ ਪ੍ਰਬੰਧਕ ਹੋਵੇ ਤੇ ਉਸਦੀ ਗੱਲ ਨੂੰ ਲੋਕਾਂ ਬਿਨਾਂ ਸੰਦੇਹ ਦੇ ਮੰਨ ਲੈਣ। ਸੁਕਰਾਤ ਵੱਲੋਂ ਸਮਾਜਿਕ ਮਾਨਤਾਵਾਂ ਤੇ ਦਰਸ਼ਨ ਦੀਆਂ ਰੁਚੀਆਂ ਖਿਲਾਫ ਵਿਦਰੋਹ ਕਰਨਾ ਉਹਨਾਂ ਅਨੁਸਾਰ ਸਜ਼ਾਯੋਗ ਗੁਨਾਹ ਸੀ। ਉਹਨਾਂ ਨੇ ਸੁਕਰਾਤ ਵਿਰੁੱਧ ਦੋ ਮੁੱਖ ਇਲਜ਼ਾਮ ਲਾਏ ਸਨ। ਪਹਿਲਾ, ਸੁਕਰਾਤ ਐਥਨਜ਼ ਦੇ ਦੇਵਤਿਆਂ ਦੀ ਪੂਜਾ ਨਹੀਂ ਕਰਦਾ, ਸਗੋਂ ਆਪਣੇ ਨਵੇਂ ਦੇਵਤੇ ਬਣਾਈ ਫਿਰਦਾ ਹੈ। ਦੂਜਾ, ਉਹ ਨੌਜਵਾਨਾਂ ਦੇ ਦਿਮਾਗ ਨੂੰ ਗਲਤ ਪ੍ਰਚਾਰ ਰਾਹੀਂ ਦੂਸ਼ਿਤ ਕਰਦਾ ਹੈ। ਇਲਜ਼ਾਮ ਲਾਉਣ ਵਾਲਿਆਂ ਨੇ ਇਹਨਾਂ ਗੁਨਾਹਾਂ ਨੂੰ ਬੇਹੱਦ ਸੰਗੀਨ ਮੰਨਦੇ ਹੋਏ ਉਸਨੂੰ ਸਮਾਜ ਲਈ ਬਹੁਤ ਖਤਰਨਾਕ ਵਿਅਕਤੀ ਮੰਨਿਆ ਤੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਇਹਨਾਂ ਇਲਜ਼ਾਮਾਂ ਦੀ ਪਿੱਠਭੂਮੀ ਵਿੱਚ ਜਾ ਕੇ ਕੁਝ ਘਟਨਾਵਾਂ ਰਾਹੀਂ ਉਸ ਸਾਰੇ ਪ੍ਰਸੰਗ ਨੂੰ ਜਾਣਿਆ ਜਾ ਸਕਦਾ ਹੈ ਜੋ ਸੁਕਰਾਤ ਪ੍ਰਤੀ ਐਸੀ ਨਫ਼ਰਤ ਤੇ ਉਸਦੀ ਮੌਤ ਦਾ ਕਾਰਨ ਬਣਦੇ ਹਨ। ਸੁਕਰਾਤ ਦਾ ਕਾਲ ਯੂਨਾਨ ਦੇ ਐਥਨਜ਼ ਰਾਜ ਦਾ ਸੁਨਹਿਰੀ ਕਾਲ ਗਿਣਿਆ ਜਾਂਦਾ ਹੈ। ਉਸ ਦੌਰ ਵਿੱਚ ਪੈਰੀਕਲੀਜ਼ ਐਥਨਜ਼ ਦਾ ਸ਼ਾਸਕ ਰਿਹਾ ਸੀ। ਉਸਦੇ ਸ਼ਾਸਨ ਦੌਰਾਨ ਐਥਨਜ਼ ਨੇ ਹਰ ਪੱਖ ਤੋਂ ਤਰੱਕੀ ਕੀਤੀ। ਬਾਕੀ ਸਾਰੇ ਰਾਜਾਂ ਦੇ ਮੁਕਾਬਲੇ ਆਰਥਿਕ, ਸਮਾਜਿਕ ਤੇ ਰਾਜਸੀ ਵਿਕਾਸ ਦੀ ਚੰਗੀ ਉਦਾਹਰਨ ਐਥਨਜ਼ ਨੇ ਪੇਸ਼ ਕੀਤੀ। ਏਸ਼ੀਆ ਮਾਈਨਰ ਕੰਢੇ ਤੇ ਵਸਿਆ ਹੋਣ ਕਰਕੇ ਐਥਨਜ਼ ਨੇ ਖੂਬ ਵਿਕਾਸ ਕੀਤਾ। ਬਾਹਰੋਂ ਆਉਣ ਵਾਲੇ ਸਮਾਨ ਦੇ ਨਾਲ ਹੀ ਦੁਨੀਆ ਦੇ ਅਤੀ ਵਿਕਸਿਤ ਵਿਚਾਰ ਵੀ ਐਥਨਜ਼ ਪੁੱਜੇ। ਉਸਦੇ ਸ਼ਾਸਨ ਦੌਰਾਨ ਐਥਨਜ਼ ਵਿੱਚ ਵਿਚਾਰਕ ਆਜ਼ਾਦੀ ਸੀ। ਹਰ ਕੋਈ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਲਈ ਆਪ ਜ਼ਿੰਮੇਦਾਰ ਸੀ। ਪੈਰੀਕਲੀਜ਼ ਆਪ ਵੀ ਬੰਦ ਸਮਾਜਿਕ ਪ੍ਰਬੰਧ ਅਤੇ ਰੂੜੀਵਾਦੀ ਵਿਚਾਰਾਂ ਦਾ ਵਿਰੋਧੀ ਸੀ ਤੇ ਉਸਨੇ ਨਾਸਤਿਕ ਵਿਚਾਰਾਂ ਵਾਲੇ ਚਿੰਤਕ ਅਨੈਕਸਾਗੋਰਸ ਕੋਲੋਂ ਸਿੱਖਿਆ ਹਾਸਲ ਕੀਤੀ ਸੀ। ਉਸਦੇ ਸਮੇਂ ਸਮਾਂਤਰ ਵਿਚਾਰਾਂ ਦਾ ਇੱਕ ਭੇੜ ਐਥਨਜ਼ ਵਿੱਚ ਨਜ਼ਰ
ਆਉਂਦਾ ਹੈ। ਪਰ ਏਸ਼ੀਆ ਮਾਈਨਰ ਵਿੱਚ ਸੀਰੀਆ ਤੇ ਤੁਰਕੀ ਦੇ ਸਾਹਮਣੇ ਹੋਣ ਕਾਰਨ ਫਰਾਂਸ ਨਾਲ ਜੰਗਾਂ ਦਾ ਪਹਿਲਾ ਸ਼ਿਕਾਰ ਵੀ ਏਥਨਜ਼ ਹੀ ਹੁੰਦਾ ਹੈ। ਇਹਨਾਂ ਜੰਗਾਂ ਦੇ ਸਾਹਮਣੇ ਏਥਨਜ਼ ਅਤੇ ਸਪਾਰਟਾ ਸਾਂਝੀ ਸ਼ਕਤੀ ਬਣ ਕੇ ਅੜੇ ਰਹੇ। ਏਥਨਜ਼ ਵਿੱਚ ਲੋਕਤੰਤਰੀ ਵਿਚਾਰਾਂ ਦੀ ਪ੍ਰਧਾਨਤਾ ਸੀ ਤੇ ਸਪਾਰਟਾ ਰਾਜਸ਼ਾਹੀ ਦੇ ਕਬਜ਼ੇ ਵਿੱਚ ਆਇਆ ਰਾਜ ਸੀ। ਸਪਾਰਟਾ ਦੇ ਸ਼ਾਸਕਾਂ ਨੇ ਏਥਨਜ਼ ਦੀ ਤਰੱਕੀ ਤੋਂ ਸਾੜਾ ਕਰਦੇ ਉਸ ਨਾਲ ਹੋਏ ਸਾਂਝ ਦੇ ਸਮਝੌਤੇ ਤੋੜ ਕੇ ਯੁੱਧ ਛੇੜ ਦਿੱਤਾ। ਪੈਲੋਪੋਨੇਸ ਨਾਂ ਦੇ ਸਥਾਨ ਤੋਂ ਸ਼ੁਰੂ ਹੋਈ ਇਸ ਜੰਗ ਨੂੰ ਪੈਲੋਪੋਨੇਸ਼ੀਅਨ ਜੰਗ ਕਿਹਾ ਜਾਂਦਾ ਹੈ। ਇਹ ਜੰਗ ਦਹਾਕਿਆਂ ਤੱਕ ਏਥਨਜ਼ ਵਿੱਚ ਭੁੱਖਮਰੀ, ਗਰੀਬੀ, ਬੇਕਾਰੀ ਤੇ ਆਰਥਿਕ ਤਬਾਹ ਕਾਰਨ ਬਣ ਕੇ ਆਈ। ਪੈਰੀਕਲੀਜ਼ ਦਾ ਸ਼ਾਸਨ ਇਸ ਜੰਗ ਦੀ ਭੇਟ ਚੜ੍ਹ ਗਿਆ। 404 ਈਸਾ ਪੂਰਵ ਵਿੱਚ ਜਦੋਂ ਇਹ ਜੰਗ ਖਤਮ ਹੋਈ ਤਾਂ ਏਥਨਜ਼ ਸ਼ਰਮਨਾਕ ਹਾਰ ਦੇ ਮਲਾਲ ਵਿੱਚ ਡੁੱਬਿਆ ਹੋਇਆ ਸੀ। ਏਥਨਜ਼ ਦੀ ਸੰਸਦ ਤੇ ਕਾਬਜ਼ ਹੋਏ ਧੜੇ ਨੇ ਇਸ ਹਾਰ ਲਈ ਧਰਮ ਵਿਚਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਜ਼ਿੰਮੇਦਾਰ ਕਿਹਾ। ਇੱਕ ਤੇਜ਼-ਤਰਾਰ ਰਾਜਨੀਤਿਕ ਆਗੂ ਸੇਮਾਈਅਸ ਨੇ ਇਹਨਾਂ ਹਾਰਾਂ ਪਿੱਛੇ ਏਥਨ ਦੇ ਦੇਵਤਿਆਂ ਦੀ ਕਰੋਪੀ ਨੂੰ ਮੰਨਿਆ ਤੇ ਦੇਵ ਨਿੰਦਕਾਂ ਨੂੰ ਕਰੜੇ ਹੱਥੀਂ ਟੱਕਰਨ ਦਾ ਸੱਦਾ ਦਿੱਤਾ। ਸੁਕਰਾਤ ਨੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਅਰਿਸਤੋਫੈਨਸ ਦੇ ਨਾਟਕ ਕਲਾਉਡੀਅਸ ਦਾ ਅਹਿਮ ਹਿੱਸਾ ਸੀ। ਕਲਾਉਡੀਅਸ ਇੱਕ ਹਾਸ ਨਾਟਕ ਸੀ ਜੋ ਅਜਿਹੇ ਫ਼ਿਲਾਸਫ਼ਰ ਦੇ ਪਾਤਰ ਨੂੰ ਕੇਂਦਰ ਵਿੱਚ ਰੱਖ ਕੇ ਲਿਖਿਆ ਗਿਆ ਸੀ ਜੋ ਹਵਾਈ ਦੁਨੀਆ ਵਿੱਚ ਵਿਚਰਦਾ ਹੈ। ਉਹ ਸੋਫਿਸਟਾਂ ਵਾਂਗ ਨੌਜਵਾਨਾਂ ਨੂੰ ਚਲਾਕੀਆਂ ਸਿਖਾਉਂਦਾ ਹੈ। ਪਰਿਵਾਰਿਕ ਮੁਹਾਜ਼ ਤੇ ਆਪਣੇ ਨਕਾਰੇਪਣ ਦਾ ਦੁਖਾਂਤ ਭੋਗਦਾ ਉਹ ਕਿਰਦਾਰ ਸਮਾਜ ਤੋਂ ਬਦਲਾ ਲੈਣ ਲਈ ਨੌਜਵਾਨ ਤਬਕੇ ਨੂੰ ਸਮਾਜ ਦਾ ਵਿਰੋਧੀ ਬਣਾ ਰਿਹਾ ਹੈ। ਉਹ ਐਸੇ ਗਿਆਨ ਦਾ ਉਤਪਾਦਨ ਕਰ ਰਿਹਾ ਹੈ ਜੋ ਸਮਾਜ ਦੀ ਸਹੀ ਦਿਸ਼ਾ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ। ਇਸ ਨਾਟਕ ਦੇ ਮੁੱਖ ਕਿਰਦਾਰ ਨੂੰ ਸੁਕਰਾਤ ਵਰਗੀ ਦਿੱਖ ਦਿੱਤੀ ਗਈ ਸੀ, ਨਿੱਕਾ ਜਿਹਾ ਗੰਜਾ ਵਿਅਕਤੀ ਜੋ ਹਰ ਸਮੇਂ ਵਿਚਾਰ ਮਗਨ ਰਹਿੰਦਾ ਹੈ। ਇਸ ਨਾਟਕ ਦੇ ਲਿਖਣ ਸਮੇਂ ਅਰਿਸਤੋਫੈਨਸ ਸੁਕਰਾਤ ਦੀ ਮਿੱਤਰਤਾ ਦੇ ਘੇਰੇ ਵਿੱਚ ਨੇੜਲੇ ਲੋਕਾਂ ਵਿੱਚੋਂ ਇੱਕ ਸੀ। ਉਹ ਇਸ ਨਾਟਕ ਨੂੰ ਲਿਖੇ ਜਾਣ ਤੋਂ 6 ਸਾਲ ਬਾਅਦ ਤੱਕ ਉਵੇਂ ਹੀ ਦੋਸਤ ਬਣੇ ਰਹੇ। ਪਲੇਟੋ ਦੇ ਵਰਣਨ ਅਨੁਸਾਰ ਸੁਕਰਾਤ ਨੇ ਇਸ ਗੱਲ ਦਾ ਬਿਲਕੁਲ ਵੀ ਬੁਰਾ ਨਹੀਂ ਮਨਾਇਆ ਕਿ ਉਸ ਦਾ ਮਜ਼ਾਕ ਉਡਾਇਆ ਗਿਆ ਹੈ, ਪਰ ਸਮਾਜ ਦੇ ਬਾਕੀ ਤਬਕਿਆਂ ਵਿਸ਼ੇਸ਼ ਕਰਕੇ ਸੁਕਰਾਤ ਦੇ ਵਿਰੋਧੀਆਂ ਤੱਕ ਇਹ ਗੱਲ ਬਹੁਤ ਨਾਪੱਖੀ ਰੂਪ ਵਿੱਚ ਗਈ। ਨਾਟਕ ਕਿਰਦਾਰ ਵੱਲੋਂ ਪਰਿਵਾਰਿਕ ਕਲੇਸ਼ ਤੋਂ ਤੰਗ ਆ ਕੇ ਦੇਵਤਿਆਂ ਨੂੰ ਕੋਸ਼ਣ ਵਾਲੇ ਵਾਰਤਾਲਾਪਾਂ ਨੂੰ ਲੋਕਾਂ ਨੇ ਸੁਕਰਾਤ ਦੇ ਵਿਚਾਰ ਮੰਨਿਆ। ਨਾਟਕ ਦਾ ਪਾਤਰ ਵੀ ਸੋਫਿਸਟਾਂ ਵਾਂਗ ਸਿੱਖਿਆ ਦੇਣ ਨੂੰ ਕਾਰੋਬਾਰ ਵਾਂਗ ਪੈਸੇ ਕਮਾਉਣ ਦਾ ਜ਼ਰੀਆ ਬਣਾਈ ਰੱਖਦਾ ਹੈ। ਨਾਟਕ ਵਿਚਲੇ ਮੋਹਤਬਰ ਲੋਕਾਂ ਵਾਲੇ ਕਿਰਦਾਰਾਂ ਵੱਲੋਂ ਉਸਨੂੰ ਇਹਨਾਂ ਕੰਮਾਂ ਤੋਂ ਰੋਕੇ ਜਾਣ ਤੇ ਕਲਾਉਡੀਅਸ ਦਾ ਮੁੱਖ ਪਾਤਰ ਆਪਣੇ ਚੇਲਿਆਂ ਨੂੰ ਵਿਦਰੋਹ ਲਈ ਉਕਸਾਉਂਦਾ ਹੈ। ਸੁਕਰਾਤ ਵਿਰੋਧੀ ਰਾਜਨੀਤੀਵਾਨਾਂ ਤੱਕ ਇਸ ਨਾਟਕ ਦੇ ਵਾਰਤਾਲਾਪਾਂ ਨੂੰ ਸੁਕਰਾਤ ਦੀਆਂ ਉਕਤੀਆਂ ਵਾਂਗ ਪੇਸ਼ ਕੀਤਾ ਗਿਆ। ਇਸੇ ਦਾ ਕਾਰਨ ਹੈ ਕਿ ਸੁਕਰਾਤ ਦੇ ਵਿਰੋਧ ਦਾ ਮਾਹੌਲ ਬਣ ਗਿਆ ਸੀ। ਸੁਕਰਾਤ ਵਿਰੋਧ ਚੱਲ ਰਹੇ ਮੁਕੱਦਮੇ ਵਿੱਚ ਇਸ ਮਾਹੌਲ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਸੁਕਰਾਤ ਨੇ ਕਦੇ ਆਪਣੇ ਆਪ ਨੂੰ ਗਿਆਨਵਾਨ ਨਹੀਂ ਕਿਹਾ। ਉਹ ਤਾਂ ਬੁੱਧੀਮਾਨ ਕਹੇ ਜਾਣ ਦੇ ਵੀ ਖਿਲਾਫ ਸੀ ਤੇ ਖੁਦ ਨੂੰ ਦਾਰਸ਼ਨਿਕ ਅਖਵਾਉਣਾ ਪਸੰਦ ਕਰਦਾ ਸੀ। ਉਸਦਾ ਬਹੁਤ ਪ੍ਰਸਿੱਧ ਕਥਨ, ਮੈਂ ਘੱਟੋ ਘੱਟ ਇਹ ਤਾਂ ਜਾਣਦਾ ਹੀ ਹਾਂ ਕਿ ਮੈਂ ਕੁਝ ਨਹੀਂ ਜਾਣਦਾ, ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗਿਆਨ ਦਾ ਪ੍ਰਦਰਸ਼ਨ ਸੁਕਰਾਤ ਦਾ ਸੁਭਾਅ ਹੀ ਨਹੀਂ ਸੀ। ਉਸਦੇ ਬਚਪਨ ਦੇ ਮਿੱਤਰ ਸੈਰੀਫੋਨ ਨੇ ਡੈਲਫੀ ਦੀ ਭਵਿੱਖ ਦੱਸਣ ਵਾਲੀ ਸੰਤਨੀ ਪਾਇਥੀਆ ਕੋਲੋਂ ਜਦੋਂ ਪੁੱਛਿਆ ਕਿ ਏਥਨਜ਼ ਵਿੱਚ ਕੋਈ ਸੁਕਰਾਤ ਨਾਲੋਂ ਵੱਧ ਸਿਆਣਾ ਹੈ ਤਾਂ ਪਾਇਥੀਆ ਨੇ ਨਹੀਂ ਕਹਿ ਦਿੱਤਾ। ਸੈਰੀਫੋਨ ਵੱਲੋਂ ਸੁਕਰਾਤ ਨੂੰ ਇਹ ਦੱਸਿਆ ਗਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਕਈ ਵਰਗਾਂ ਦੇ ਸਿਆਣੇ ਲੋਕਾਂ ਦੀ ਪਰਖ ਕਰਨ ਦਾ ਮਨ ਬਣਾਇਆ। ਇੱਕ ਰਾਜਨੀਤੀਵਾਨ, ਕਵੀਆਂ ਤੇ ਸ਼ਿਲਪਕਾਰਾਂ ਨਾਲ ਸੰਵਾਦ ਰਚਾ ਕੇ ਸੁਕਰਾਤ ਇਸ ਨਤੀਜੇ ਤੇ ਪਹੁੰਚਿਆ ਕਿ ਉਹ ਸਭ ਤੋਂ ਗਿਆਨਵਾਨ ਨਹੀਂ ਹੈ। ਬਸ ਬਾਕੀ ਲੋਕ ਹੀ ਆਪਣੇ ਰੋਜ਼ਾਨਾ ਕੰਮਾਂ ਵਿੱਚ ਉਲਝੇ ਗਿਆਨ ਤੋਂ ਬੇਮੁਖ ਹਨ। ਬਸ ਉਹ ਸਾਰੇ ਖੁਦ ਨੂੰ ਸਿਆਣੇ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹਨ। ਸੁਕਰਾਤ ਆਪਣੇ ਸੰਵਾਦਾਂ ਵਿੱਚ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਉਹ ਗਿਆਨਵਾਨ ਨਹੀਂ ਹਨ, ਸਵਾਲ ਪੁੱਛਣ ਲੱਗ ਪਿਆ। ਜੋ ਵੀ ਮਿਲਦਾ ਸੁਕਰਾਤ ਦੇ ਸਵਾਲਾਂ ਦੇ ਸਾਹਮਣੇ ਉਸਨੂੰ ਹੋਣਾ ਹੀ ਪੈਂਦਾ।
ਲੋਕਾਂ ਨੇ ਸੁਕਰਾਤ ਦੇ ਵਿਰੋਧੀਆਂ ਕੋਲ ਇਹ ਗੱਲਾਂ ਪਹੁੰਚਾ ਦਿੱਤੀਆਂ ਕਿ ਸੁਕਰਾਤ ਨੂੰ ਐਥਨਜ਼ ਵਿੱਚ ਸਭ ਤੋਂ ਸਿਆਣਾ ਹੋਣ ਦਾ ਮਾਣ ਹੈ। ਉਹ ਇੱਕ ਭਵਿੱਖਬਾਣੀ ਕਾਰਨ ਸਭ ਨੂੰ ਗਿਆਨ ਪੱਖੋਂ ਨੀਵੇਂ ਦਿਖਾਉਣ ਲਈ ਉਹਨਾਂ ਦੀ ਪਰਖ ਕਰਦਾ ਫਿਰਦਾ ਹੈ। ਇਸ ਗੱਲ ਉਸਦੇ ਮੁਕੱਦਮੇ ਵਿੱਚ ਜ਼ੋਰ ਸ਼ੋਰ ਨਾਲ ਉਠਾ ਕੇ ਉਸਦੀ ਵਿਰੋਧ ਵਿੱਚ ਪੇਸ਼ ਕੀਤੀ ਗਈ। ਸੁਕਰਾਤ ਦੇ ਨਿੰਦਕਾਂ ਨੇ ਉਸਦੀ ਦਰਸ਼ਨ ਵਿਧੀ ਬਾਰੇ ਵੀ ਅਨੇਕ ਸ਼ਿਕਾਇਤਾਂ ਕੀਤੀਆਂ। ਉਸਦੀ ਵਿਧੀ ਵਿਅੰਗ ਦੀ ਵਿਧੀ ਸੀ। ਉਹ ਅਗਿਆਨੀ ਹੋਣ ਦੀ ਵਿਡੰਬਨਾ ਦਾ ਅਹਿਸਾਸ ਲੋਕਾਂ ਨੂੰ ਕਰਾਉਂਦਾ ਸੀ, ਤਾਂ ਹੀ ਉਹ ਗਿਆਨ ਦੇ ਰਾਹ ਤੇ ਤੁਰਦੇ ਸਨ। ਸੁਕਰਾਤ ਬਾਰੇ ਕਿਹਾ ਗਿਆ ਕਿ ਉਹ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ। ਉਹ ਸਾਹਮਣੇ ਵਾਲੇ ਨੂੰ ਆਪਣੇ ਗਿਆਨ ਨਾਲ ਨੀਵਾਂ ਦਿਖਾ ਕੇ ਉਸਦੀ ਖਿੱਲੀ ਉਡਾਉਂਦਾ ਹੈ। ਗਿਆਨ ਦੀ ਸਦਾਚਾਰੀ ਫਰਜ਼ ਨਾਲ ਜੋੜ ਕੇ ਇਸ ਗੱਲ ਨੂੰ ਮੁਕੱਦਮੇ ਵਿੱਚ ਸੁਕਰਾਤ ਦੇ ਖਿਲਾਫ ਵਰਤੇ ਜਾਣ ਦਾ ਮਾਹੌਲ ਪੈਦਾ ਕੀਤਾ ਗਿਆ। ਸੁਕਰਾਤ ਵਿਰੋਧ ਤਹਮਤ ਲਾਉਣ ਵਾਲਿਆਂ ਨੇ ਉਸ ਉੱਪਰ ਨਾਸਤਿਕਤਾ ਦੇ ਫੈਲਾਅ ਰਾਹੀਂ ਨੌਜਵਾਨਾਂ ਨੂੰ ਦਿਮਾਗੀ ਤੌਰ ਤੇ ਪਲੀਤ ਕਰਨ ਦਾ ਇਲਜ਼ਾਮ ਲਾਇਆ ਸੀ। ਉਸ ਬਾਰੇ ਕਿਹਾ ਗਿਆ ਕਿ ਉਹ ਪੁਰਾਣੇ ਦੇਵਤਿਆਂ ਦਾ ਨਿੰਦਕ ਹੈ ਤੇ ਨਵੇਂ ਦੇਵਤੇ ਸਥਾਪਿਤ ਕਰਨੇ ਚਾਹੁੰਦਾ ਹੈ। ਇਸ ਸੰਦਰਭ ਵਿੱਚ ਤੱਥਾਂ ਦੀ ਸਹੀ ਜਾਣਕਾਰੀ ਲਈ ਅਨੇਕ ਮਿਸਾਲਾਂ ਉਸਦੇ ਸੰਵਾਦਾਂ ਵਿੱਚੋਂ ਦਿੱਤੀਆਂ ਜਾ ਸਕਦੀਆਂ ਹਨ, ਪਰ ਸਭ ਤੋਂ ਅਹਿਮ ਉਦਾਹਰਨ ਯੂਥਾਈਫਰੋ ਨਾਲ ਉਸਦਾ ਸੰਵਾਦ ਹੈ। ਸੁਕਰਾਤ, ਦੋਸਤੀ ਦੇ ਨਾਤੇ ਇਹ ਤਾਂ ਦੱਸ ਕੀ ਤੈਨੂੰ ਸੱਚੀ ਯਕੀਨ ਹੈ ਕਿ ਦੇਵਤਿਆਂ ਦੀਆਂ ਕਹਾਣੀਆਂ ਵਿੱਚ ਵਰਣਿਤ ਘਟਨਾਵਾਂ ਸੱਚ ਹੋਣਗੀਆਂ? ਮੈਂ ਤਾਂ ਖੁਦ ਦੇਵਤਿਆਂ ਸੰਬੰਧੀ ਇਹਨਾਂ ਕਹਾਣੀਆਂ ਨੂੰ ਸ਼ੱਕ ਨਾਲ ਦੇਖਦਾ ਹਾਂ। ਯੂਥਾਈਫਰੋ, ਹਾਂ ਸੁਕਰਾਤ, ਮੈਂ ਤਾਂ ਇਹ ਵੀ ਮੰਨਦਾ ਹਾਂ ਕਿ ਉਹਨਾਂ ਨਾਲੋਂ ਵੀ ਹੈਰਾਨੀਜਨਕ ਘਟਨਾਵਾਂ ਵਾਪਰੀਆਂ ਹਨ ਜਦੋਂ ਕਿ ਆਮ ਲੋਕ ਨਹੀਂ ਜਾਣਦੇ। ਸੁਕਰਾਤ, ਤਾਂ ਤੂੰ ਸੱਚੀ ਮੰਨਦਾ ਹੈ ਕਿ ਦੇਵਤਿਆਂ ਵਿਚਕਾਰ ਲੜਾਈ ਵੀ ਹੋਈ ਹੋਵੇਗੀ ਤੇ ਜਿਵੇਂ ਸਾਡੇ ਕਵੀਆਂ ਨੇ ਲਿਖਿਆ ਹੈ ਉਹਨਾਂ ਦਰਮਿਆਨ ਤਿੱਖੀ ਨਫ਼ਰਤ ਵੀ ਹੋਵੇਗੀ? ਤਾਂ ਕੀ ਮੰਨਿਆ ਜਾਵੇ ਕਿ ਇਹ ਕਥਾਵਾਂ ਸੱਚ ਹਨ? ਯੂਥਾਈਫਰੋ, ਬਿਲਕੁਲ। ਹੋਰ ਵੀ ਅਜਿਹੀਆਂ ਗੱਲਾਂ ਨੇ ਜੋ ਮੈਂ ਸੁਣਾਵਾਂ ਤਾਂ ਤੁਸੀਂ ਦੰਦਾਂ ਥੱਲੇ ਉਂਗਲੀਆਂ ਦਬਾ ਲਓਗੇ। ਸੁਕਰਾਤ, ਉਹ ਕਦੇ ਫਿਰ ਵਿਹਲੇ ਸਮੇਂ ਸੁਣਾਈ। ਹੁਣ ਤਾਂ ਸਿਰਫ ਇਹ ਦੱਸ ਕਿ ਪਵਿੱਤਰਤਾ ਕੀ ਹੈ। ਇਸ ਦਾ ਜਵਾਬ ਦੇਣ ਦੀ ਥਾਂ ਤੂੰ ਦੇਵਤਿਆਂ ਦੀਆਂ ਕਥਾਵਾਂ ਸੁਣਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਯੂਥਾਈਫਰੋ ਸੁਕਰਾਤ ਦੇ ਮੁਕੱਦਮੇ ਦੌਰਾਨ ਉਸਨੂੰ ਕਚਹਿਰੀ ਵਿੱਚ ਮਿਲਦਾ ਹੈ। ਉਹ ਆਪਣੇ ਪਿਤਾ ਵਿਰੁੱਧ ਮੁਕੱਦਮਾ ਕਰਨਾ ਚਾਹੁੰਦਾ ਹੈ ਜਿਸਨੇ ਉਸਦੇ ਨੌਕਰ ਨੂੰ ਮਾਰ ਕੇ ਉਸ ਮੁਤਾਬਿਕ ਅਪਵਿੱਤਰ ਕੰਮ ਕੀਤਾ ਹੈ। ਸੁਕਰਾਤ ਦਾ ਇੱਥੇ ਭਾਵਨਾਵਾਂ ਦੀ ਪਵਿੱਤਰਤਾ ਜਾਂ ਅਪਵਿੱਤਰਤਾ ਦੇ ਪ੍ਰਸੰਗ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੇਵਤਿਆਂ ਦੀਆਂ ਕਥਾਵਾਂ ਨੂੰ ਉਦਾਹਰਨ ਵਜੋਂ ਪੇਸ਼ ਕਰ ਰਿਹਾ ਹੈ। ਪਰ ਇਹਨਾਂ ਗੱਲਾਂ ਨੂੰ ਦੇਵ ਨਿੰਦਾ ਕਹਿ ਕੇ ਉਸਦੇ ਵਿਰੁੱਧ ਮੁਕੱਦਮੇ ਨੂੰ ਤਕੜਾ ਕੀਤਾ ਗਿਆ। ਉਸਦੇ ਬਾਰੇ ਇਹ ਧਾਰਨਾ ਵੀ ਬਣਾਈ ਗਈ ਕਿ ਉਹ ਸੰਵਾਦ ਕਰਨ ਦੇ ਤਰੀਕੇ ਦੇ ਬਹਾਨੇ ਨੌਜਵਾਨ ਨੂੰ ਸਵਾਲ ਪੁੱਛਣ ਲਈ ਉਕਸਾਉਂਦਾ ਹੈ। ਨੌਜਵਾਨ ਜਿਨ੍ਹਾਂ ਕੋਲੋਂ ਕਿ ਨਿਮਰਤਾ ਤੇ ਆਗਿਆਕਾਰੀ ਹੋਣ ਦੀ ਆਸ ਕੀਤੀ ਜਾਂਦੀ ਹੈ, ਸੁਕਰਾਤ ਦੀ ਚੁੱਕ ਵਿੱਚ ਆ ਕੇ ਬਦਤਮੀਜ਼ ਬਣ ਰਹੇ ਹਨ। ਉਹ ਨੈਤਿਕਤਾ ਦੇ ਮੁੱਦੇ ਤੇ ਵਿਦਰੋਹੀ ਹੋ ਰਹੇ ਹਨ ਤੇ ਪ੍ਰਚਲਿਤ ਮਾਨਤਾਵਾਂ ਦੇ ਨਿਭਾਅ ਤੋਂ ਇਨਕਾਰੀ ਹਨ। ਇਸ ਕਾਰਨ ਸੁਕਰਾਤ ਦੇ ਇਸ ਤਰੀਕੇ ਨੂੰ ਸਮਾਜ ਲਈ ਖਤਰਨਾਕ ਮੰਨਦਿਆਂ ਰੋਕਿਆ ਜਾਵੇ। ਐਥਨਜ਼ ਦੀ ਸੰਸਦ ਨੇ ਕੁਝ ਸਾਲ ਪਹਿਲਾਂ ਹੀ ਸੁਕਰਾਤ ਦੀ ਮਨਮਰਜ਼ੀ ਨੂੰ ਅੱਖੀਂ ਦੇਖਿਆ ਸੀ, ਜਦੋਂ ਉਸਨੇ ਜੰਗ ਵਿੱਚ ਸਾਥੀਆਂ ਦੀਆਂ ਲਾਸ਼ਾਂ ਛੱਡ ਆਏ ਫੌਜੀ ਜਰਨੈਲਾਂ ਉੱਪਰ ਮੁਕੱਦਮਾ ਚਲਾਉਣ ਦਾ ਵਿਰੋਧ ਕੀਤਾ ਸੀ। ਇਸ ਘਟਨਾ ਨਾਲ ਨਾ ਸਿਰਫ ਕੁਝ ਸੰਸਦ ਅਧਿਕਾਰੀ ਬਲਕਿ ਸਧਾਰਨ ਲੋਕ ਵੀ ਸੁਕਰਾਤ ਦੇ ਵਿਰੋਧ ਹੋ ਗਏ ਸਨ। ਇਹੀ ਕਾਰਨ ਹੈ ਕਿ ਉਸ ਉੱਪਰ ਤਹਮਤ ਲਾ ਕੇ ਤਿੰਨੇ ਸ਼ਿਕਾਇਤਾਂ ਨੇ ਉਸ ਲਈ ਮੌਤ ਦੀ ਸਜ਼ਾ ਮੰਗੀ ਸੀ। 399 ਈਸਾ ਪੂਰਵ ਦੀ ਬਸੰਤ ਦੀ ਉਹ ਸਵੇਰੇ ਦਰਸ਼ਨ, ਨਿਆਂ ਅਤੇ ਮਨੁੱਖਤਾ ਦੇ ਇਤਿਹਾਸ ਵਿੱਚ ਕਾਲਾ ਦਿਨ ਸੀ। ਐਥਨਜ਼ ਦੀ ਸੰਸਦ ਵਿੱਚ 500 ਮੈਂਬਰਾਂ ਨੇ ਜਦੋਂ ਮੈਲੀਟਸ, ਅਨਾਈਟਸ ਅਤੇ ਲਾਈਕਾਨ ਵੱਲੋਂ ਕੀਤੇ ਮੁਕੱਦਮੇ ਦਾ ਕਾਰਵਾਈ ਸੁਣੀ। ਉਸ ਸਮੇਂ 28 ਸਾਲ ਦੇ ਪਲੇਟੋ ਨੇ ਇਸ ਕਾਰਵਾਈ ਨੂੰ ਐਪੋਲੋਜੀ ਨਾਂ ਦੇ ਸੰਵਾਦ ਵਿੱਚ ਦਰਜ ਕੀਤਾ ਹੈ। ਉਸ ਸਮੇਂ ਦੇ ਕਾਨੂੰਨ ਮੁਤਾਬਕ 30 ਸਾਲ ਤੋਂ ਉੱਪਰ ਦੇ ਲੋਕ ਹੀ ਮੁਕੱਦਮੇ ਦੇ ਫੈਸਲੇ ਸੰਬੰਧੀ ਚੋਣ ਵਿੱਚ ਹਿੱਸਾ ਲੈ ਸਕਦੇ ਸਨ। ਪਲੇਟੋ ਚੋਣਾਂ ਵਿੱਚ ਹਿੱਸਾ ਤਾਂ ਨਹੀਂ ਲੈ ਸਕਿਆ, ਪਰ ਉਸਨੇ ਸਾਰੇ ਮੁਕੱਦਮੇ ਦੀ ਕਾਰਵਾਈ ਸੰਵਾਦਬੱਧ ਕਰਕੇ ਇਤਿਹਾਸ ਵਿੱਚ ਸਦਾ ਲਈ ਅੰਕਿਤ ਕਰ ਦਿੱਤੀ। ਸੁਕਰਾਤ ਦੇ ਮੁਕੱਦਮੇ ਨੂੰ ਦੇਖਣ ਲਈ ਐਥਨਜ਼ ਦੇ ਬਹੁਤ ਸਾਰੇ ਆਮ ਨਾਗਰਿਕ ਵੀ ਅਦਾਲਤ ਵਿੱਚ ਆ ਪੁੱਜੇ ਸਨ।
500 ਸੰਸਦ ਮੈਂਬਰਾਂ ਦੀ ਜਿਊਰੀ ਵਿੱਚ ਵੀ ਸਾਰੀ ਕਾਰਵਾਈ ਨੂੰ ਸੁਣਨ ਲਈ ਮੌਜੂਦ ਸੀ। 70 ਸਾਲ ਦਾ ਇੱਕ ਬਜ਼ੁਰਗ ਦਾਨਿਸ਼ਵਰ, ਜਿਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਫਲਸਫੇ ਲਈ ਲੇਖੇ ਲਾ ਦਿੱਤਾ ਸੀ, ਇਨਸਾਫ ਵਿਰੋਧੀ ਕਾਰਵਾਈ ਸਾਹਮਣੇ ਆਪਣੇ ਤਰਕਾਂ ਸਮੇਤ ਹਾਜ਼ਰ ਸੀ। ਮੁਕੱਦਮੇ ਦੀ ਕਾਰਵਾਈ ਦੇ ਆਰੰਭ ਹੋਣ ਤੋਂ ਪਹਿਲਾਂ ਸੁਕਰਾਤ ਇੱਕ ਨੌਜਵਾਨ ਯੂਥਾਈਫਰੋ ਨਾਲ ਗੱਲ ਕਰਦਾ ਹੈ। ਯੂਥਾਈਫਰੋ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਹੈ ਤੇ ਉਹ ਉਸ ਨਾਲ ਗੱਲਾਂ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹ ਸੁਕਰਾਤ ਕੋਲੋਂ ਪੁੱਛਦਾ ਹੈ, ਯੂਥਾਈਫਰੋ, ਸੁਕਰਾਤ, ਇਹ ਤਾਂ ਦੱਸੋ ਕਿ ਤੁਹਾਡੇ ਤੇ ਮੁਕੱਦਮਾ ਕਿਸ ਗੁਨਾਹ ਦਾ ਚੱਲ ਰਿਹਾ ਹੈ? ਸੁਕਰਾਤ, ਕਿਸੇ ਨੌ ਉਮਰ ਬੰਦੇ ਨੂੰ ਬਹੁਤ ਅਹਿਮ ਮਸਲੇ ਬਾਰੇ ਆਪਣੀ ਰਾਏ ਬਣਾ ਲਈ ਹੈ। ਉਸਦਾ ਦੱਸਣਾ ਚਾਹੁੰਦਾ ਹੈ ਕਿ ਉਹ ਜਾਣਦਾ ਹੈ ਕਿ ਕਿਵੇਂ ਨੌਜਵਾਨਾਂ ਦੇ ਦਿਮਾਗ ਨੂੰ ਪਲੀਤ ਕੀਤਾ ਜਾਂਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਪਲੀਤ ਕਰਨ ਵਾਲੇ ਲੋਕ ਕੌਣ ਹਨ। ਜ਼ਰੂਰ ਉਹ ਕੋਈ ਗਿਆਨੀ ਹੋਵੇਗਾ ਜਿਸਨੇ ਮੈਨੂੰ ਸ਼ਹਿਰ ਸਾਹਮਣੇ ਉਸਦੇ ਮਿੱਤਰਾਂ ਨੂੰ ਪਲੀਤ ਕਰਨ ਲਈ ਇਵੇਂ ਖਿਲਾਰਿਆ ਹੈ ਜਿਵੇਂ ਇਹ ਸ਼ਹਿਰ ਉਸਦੀ ਮਾਂ ਹੋਵੇ। ਯੂਥਾਈਫਰੋ ਦੀ ਜਿਗਿਆਸਾ ਇਸ ਤੋਂ ਬਾਅਦ ਸੁਕਰਾਤ ਵਿੱਚ ਜਾਗਦੀ ਹੈ। ਉਹ ਇਸ ਗੱਲਬਾਤ ਨੂੰ ਹੋਰ ਅਗਾਂਹ ਤੋਰਦਾ ਹੈ। ਯੂਥਾਈਫਰੋ, ਇਹ ਦੱਸੋ ਕਿ ਨੌਜਵਾਨਾਂ ਨੂੰ ਭ੍ਰਿਸ਼ਟ ਕਰਨ ਦਾ ਗੁਨਾਹ ਉਹ ਤੁਹਾਡੇ ਉੱਪਰ ਕਿਵੇਂ ਲਾਗੂ ਕਰ ਰਿਹਾ ਹੈ? ਸੁਕਰਾਤ, ਜਿਵੇਂ ਉਹ ਸਭ ਕਰ ਰਿਹਾ ਹੈ ਮੇਰੇ ਦੋਸਤ। ਉਹ ਪਹਿਲ ਅਜੀਬ ਲੱਗਦਾ ਹੈ। ਉਸਦਾ ਕਹਿਣਾ ਹੈ ਕਿ ਮੈਂ ਦੇਵਤਿਆਂ ਨੂੰ ਘੜਿਆ ਹੈ। ਉਹ ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾ ਰਿਹਾ ਹੈ ਕਿ ਮੈਂ ਪੁਰਾਣੇ ਦੇਵਤਿਆਂ ਵਿੱਚ ਯਕੀਨ ਨਹੀਂ ਰੱਖਦਾ। ਫਿਰ ਸੁਕਰਾਤ ਸ਼ਹਿਰ ਵਾਸੀਆਂ ਨੂੰ ਸਿੱਧਾ ਸੰਬੋਧਨ ਕਰਦਾ ਹੈ। ਉਸਦਾ ਇਹ ਭਾਸ਼ਣ ਕਈ ਮਾਮਲਿਆਂ ਵਿੱਚ ਤਰਕਵਾਦੀਆਂ ਦਾ ਸਿਧਾਂਤ ਬਣਦਾ ਰਿਹਾ ਹੈ। ਸੁਕਰਾਤ, ਏਥਨਜ਼ ਦੇ ਨਿਵਾਸੀਓ, ਮੈਨੂੰ ਨਹੀਂ ਪਤਾ ਕਿ ਮੇਰੇ ਉੱਪਰ ਮੁਕੱਦਮਾ ਕਰਨ ਵਾਲਿਆਂ ਨੇ ਕੀ ਅਸਰ ਪੈਦਾ ਕੀਤਾ ਹੈ। ਜਿੱਥੇ ਤੱਕ ਮੇਰਾ ਸੰਬੰਧ ਹੈ, ਮੈਂ ਲਗਭਗ ਭੁੱਲ ਹੀ ਗਿਆ ਹਾਂ ਕਿ ਮੈਂ ਕੀ ਹਾਂ, ਕਿਉਂਕਿ ਦੋਸ਼ ਲਾਉਣ ਵਾਲਿਆਂ ਦੀਆਂ ਗੱਲਾਂ ਸੱਚੀਆਂ ਜਾਪਦੀਆਂ ਹਨ ਤਾਂ ਵੀ ਉਹਨਾਂ ਦੇ ਸ਼ਾਇਦ ਹੀ ਕੋਈ ਸੱਚੀ ਗੱਲ ਕੀਤੀ ਹੋਵੇ। ਉਹਨਾਂ ਦੀਆਂ ਬਹੁਤੀਆਂ ਝੂਠੀਆਂ ਗੱਲਾਂ ਵਿੱਚੋਂ ਇੱਕ ਗੱਲ ਤੇ ਮੈਨੂੰ ਖਾਸੀ ਹੈਰਾਨੀ ਹੋਈ। ਉਹ ਗੱਲ ਇਹ ਹੈ ਕਿ ਮੈਂ ਬਹੁਤ ਚਲਾਕ ਵਕਤਾ ਹਾਂ। ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਕਿਤੇ ਮੈਂ ਤੁਹਾਨੂੰ ਗੁੰਮਰਾਹ ਨਾ ਕਰ ਦੇਵਾਂ। ਮੈਂ ਫਿਰ ਯਾਦ ਦਿਵਾਉਂਦਾ ਹਾਂ ਕਿ ਦੋਸ਼ ਲਾਉਣ ਵਾਲਿਆਂ ਨੇ ਤਾਂ ਮਾਤਰ ਹੀ ਸੱਚ ਕਿਹਾ ਹੈ, ਪਰ ਮੈਂ ਤੁਹਾਨੂੰ ਪੂਰਾ ਸੱਚ ਕਹਿ ਦੇਵਾਂਗਾ। ਸੱਚ ਇਹ ਹੈ ਕਿ ਮੇਰੀ 70 ਸਾਲ ਤੋਂ ਵਧੇਰੇ ਹੈ। ਮੈਂ ਪਹਿਲੀ ਵਾਰ ਕਿਸੇ ਕਚਹਿਰੀ ਸਾਹਮਣੇ ਆਇਆ ਹਾਂ। ਸੁਕਰਾਤ ਨੇ ਸਾਰੇ ਮੁਕੱਦਮੇ ਦੀ ਕਾਰਵਾਈ ਦੌਰਾਨ ਸਫਾਈ ਲਈ ਆਪਣਾ ਪੱਖ ਰੱਖਿਆ। ਉਸਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੇ ਆਪਣੇ ਬਾਰੇ ਬਣੀਆਂ ਰਾਵਾਂ ਨੂੰ ਇੱਕ ਕਰ ਲਿਆ ਤੇ ਆਪਣੀ ਭਾਸ਼ਣ ਕਲਾ ਨਾਲ ਇਹਨਾਂ ਮਿਥਕਾਂ ਨੂੰ ਖੋਲ੍ਹ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਏਥਨਜ਼ ਨਿਵਾਸੀਓ, ਪਹਿਲੀ ਗੱਲ, ਮੈਂ ਪੁਰਾਣੇ ਇਲਜ਼ਾਮ ਲਾਉਣ ਵਾਲਿਆਂ ਤੇ ਨਵੇਂ ਦੋਸ਼ ਲਾਉਣ ਵਾਲਿਆਂ ਦੇ ਦੋਸ਼ਾਂ ਦੇ ਵਿਰੋਧ ਵਿੱਚ ਆਪਣੀ ਸਫਾਈ ਦੇਣੀ ਹੈ। ਬਹੁਤ ਸਾਰੇ ਲੋਕਾਂ ਨੇ ਸਾਲਾਂ ਬੱਧੀ ਮੇਰੇ ਖਿਲਾਫ ਝੂਠ ਤੋਂ ਬਿਨਾਂ ਹੋਰ ਕੁਝ ਨਹੀਂ ਕਿਹਾ। ਮੈਂ ਐਨਾਈਟਸ ਤੇ ਉਹਨਾਂ ਦੇ ਸਾਥੀਆਂ ਦੀ ਨਿਸਬਤ ਉਹਨਾਂ ਲੋਕਾਂ ਤੋਂ ਵੱਧ ਡਰਦਾ ਹਾਂ। ਉਹ ਮੇਰੇ ਬਾਰੇ ਲਗਾਤਾਰ ਝੂਠ ਬੋਲਦੇ ਰਹੇ ਹਨ ਤੇ ਤੁਹਾਨੂੰ ਸਮਝਾਉਂਦੇ ਰਹੇ ਕਿ ਸੁਕਰਾਤ ਨਾਂ ਦਾ ਇੱਕ ਸਿਆਣਾ ਬੰਦਾ ਹੈ ਜੋ ਦੇਵਲੋਕ ਬਾਰੇ ਯੱਕੜ ਮਾਰਦਾ ਰਹਿੰਦਾ ਹੈ, ਜੋ ਧਰਤੀ ਦੇ ਹੇਠਾਂ ਆਪਣੀ ਦ੍ਰਿਸ਼ਟੀ ਘੁਮਾਉਂਦਾ ਹੈ ਅਤੇ ਕਮਜ਼ੋਰ ਤਰੀਕਿਆਂ ਨੂੰ ਤਕੜੇ ਤਰੀਕੇ ਬਣਾ ਕੇ ਪੇਸ਼ ਕਰਦਾ ਹੈ। ਫਿਰ ਉਸਨੇ ਭਾਵੁਕ ਹੋ ਕੇ ਕਿਹਾ, ਏਥਨਜ਼ ਨਿਵਾਸੀਓ, ਮੈਂ ਥੋੜ੍ਹੇ ਜਿਹੇ ਦਿੱਤੇ ਸਮੇਂ ਵਿੱਚ ਹੀ ਆਪਣੀ ਸਫਾਈ ਦੇਣੀ ਹੈ। ਇਵੇਂ ਸਮੇਂ ਦੌਰਾਨ ਹੀ ਮੈਂ ਆਪਣੇ ਬਾਰੇ ਚਿਰਾਂ ਤੋਂ ਲੋਕਾਂ ਦੇ ਮਨਾਂ ਵਿੱਚ ਪਏ ਬੁਰੇ ਪ੍ਰਭਾਵ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਆਸ ਹੈ ਕਿ ਮੈਂ ਅਜਿਹਾ ਕਰ ਸਕਾਂਗਾ। ਮੇਰੇ ਦੁਸ਼ਮਣ, ਮੇਰੇ ਵਿਰੋਧੀ ਭੰਡੀ ਵਿਚਾਰ ਕਰ ਰਹੇ ਹਨ ਕਿ ਮੈਨੂੰ ਉਵੇਂ ਨਹੀਂ ਜੀਣਾ ਚਾਹੀਦਾ ਸੀ ਜਿਵੇਂ ਮੈਂ ਜੀਵਿਆ। ਉਹਨਾਂ ਦੇ ਦੋਸ਼ ਇਵੇਂ ਦੇ ਦੋਸ਼ ਹੋਣਗੇ ਕਿ ਸੁਕਰਾਤ ਬੁਰੇ ਕਰਮਾਂ ਵਾਲਾ ਵਿਅਕਤੀ ਹੈ ਜੋ ਧਰਤੀ ਤੋਂ ਅਸਮਾਨ ਸੰਬੰਧੀ ਵਿਸ਼ਿਆਂ ਉੱਪਰ ਦਖਲਅੰਦਾਜ਼ੀ ਵਾਲੀ ਖੋਜ ਕਰਦਾ ਹੈ। ਉਹ ਕਮਜ਼ੋਰ ਤਰੀਕਿਆਂ ਨੂੰ ਤੀਬਰ ਬਣਾ ਕੇ ਪੇਸ਼ ਕਰਦਾ ਹੈ ਤੇ ਦੂਜਿਆਂ ਨੂੰ ਵੀ ਐਸਾ ਕਰਨਾ ਸਿਖਾਉਂਦਾ ਹੈ। ਇਹ ਲੋਕ ਸਹੀ ਕਹਿੰਦੇ ਹਨ ਤੇ ਅਰਿਸਤੋਫੈਨਸ ਦੇ ਹਾਸ ਨਾਟਕ ਵਿੱਚ ਤੁਸੀਂ ਖੁਦ ਸੁਕਰਾਤ ਨਾਮੀ ਉਹ ਬੰਦਾ ਦੇਖਿਆ ਹੀ ਹੋਵੇਗਾ ਜੋ ਇੱਕ ਟੋਕਰੀ ਦੀ ਪੀਂਘ ਬਣਾ ਕੇ ਵੀ
ਝੂਟੇ ਲੈ ਰਿਹਾ ਹੈ ਤੇ ਉਹ ਕਹਿ ਰਿਹਾ ਹੈ ਕਿ ਉਹ ਹਵਾ ਵਿੱਚ ਝੂਲਦਾ ਹੈ ਤੇ ਇਹਨਾਂ ਵਿਸ਼ਿਆਂ ਬਾਰੇ ਹੋਰ ਵੀ ਊਟ-ਪਟਾਂਗ ਗੱਲਾਂ ਕਰਦਾ ਹੈ, ਜਿਨ੍ਹਾਂ ਨੂੰ ਮੈਂ ਨਾ ਤਾਂ ਸਮਝਦਾ ਹਾਂ, ਉਹਨਾਂ ਬਾਰੇ ਨਾ ਜਾਣਦਾ ਹਾਂ। ਸੁਕਰਾਤ ਅਰਿਸਤੋਫੈਨਸ ਦੇ ਹਾਸ ਨਾਟਕ ਦੇ ਆਧਾਰ ਤੇ ਉਸ ਬਾਰੇ ਰਾਵਾਂ ਬਣਾਉਣ ਵਾਲਿਆਂ ਉੱਪਰ ਵਿਅੰਗ ਕਰਦਾ ਹੈ। ਉਹ ਸਾਰੇ ਸ਼ਹਿਰ ਦੇ ਸਾਹਮਣੇ ਇਹ ਸਵਾਲ ਇਸ ਅੰਦਾਜ਼ ਵਿੱਚ ਉਠਾਉਂਦਾ ਹੈ ਕਿ ਸਾਹਿਤਕਾਰ ਵੱਲੋਂ ਲਿਖੇ ਸਾਹਿਤ ਦੇ ਆਧਾਰ ਤੇ ਵਿਅਕਤੀ ਬਾਰੇ ਰਾਏ ਬਣਾ ਕੇ ਕੋਈ ਗੁੱਟ ਲੋਕਾਂ ਸਾਹਮਣੇ ਮੁਕੱਦਮਾ ਲੈ ਆਉਂਦਾ ਤਾਂ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਕਹਿੰਦਾ ਹੈ, ਜੇਕਰ ਤੁਸੀਂ ਇਹ ਸੁਣਿਆ ਹੈ ਕਿ ਮੈਂ ਲੋਕਾਂ ਨੂੰ ਸਿੱਖਿਆ ਦੇਣ ਦੇ ਬਦਲੇ ਉਹਨਾਂ ਕੋਲੋਂ ਧਨ ਲੈਂਦਾ ਹਾਂ, ਤਾਂ ਇਹ ਵੀ ਸੱਚੀ ਗੱਲ ਨਹੀਂ ਹੈ। ਭਾਵੇਂ ਮੈਂ ਸਮਝਦਾ ਕਿ ਲੋਕਾਂ ਨੂੰ ਲਿਓਨਤੀਨੀ ਦੇ ਗਾਰਜੀਅਸ ਸਿਓਂਸ ਤੇ ਪਰਾਡਿਕਸ ਐਲਿਸ ਦੇ ਹਿਪਿਆਸ ਵਾਂਗ ਸਿੱਖਿਆ ਦੇਣੀ ਵੀ ਕੋਈ ਬੁਰੀ ਗੱਲ ਨਾ ਹੁੰਦੀ। ਦੋਸਤੋ, ਇਹਨਾਂ ਵਰਣਿਤ ਲੋਕਾਂ ਵਿੱਚੋਂ ਕੋਈ ਵੀ ਕਿਸੇ ਵੀ ਸ਼ਹਿਰ ਵਿੱਚ ਜਾਂ ਗੱਭਰੂਆਂ ਨੂੰ ਵਰਗਲਾ ਸਕਦਾ ਹੈ ਕਿ ਉਹ ਆਪਣੇ ਨਾਲ ਸ਼ਹਿਰੀਆਂ ਦਾ ਸਾਥ ਦੇਣ, ਜਿਨ੍ਹਾਂ ਨਾਲ ਉਹ ਫਜ਼ੂਲ ਹੀ ਮਿਲਦੇ ਜੁਲਦੇ ਹਨ। ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਸੁਕਰਾਤ, ਫਿਰ ਤੇਰੇ ਖਿਲਾਫ ਇਹ ਗੱਲਾਂ ਕਿਉਂ ਫੈਲਦੀਆਂ ਹਨ? ਤੂੰ ਕਰਦਾ ਕੀ ਹੈ? ਲਾਜ਼ਮੀ ਹੀ ਤੂੰ ਕਿਸੇ ਵਿਸ਼ੇਸ਼ ਕੰਮ ਵਿੱਚ ਲੱਗਿਆ ਹੋਵੇਗਾ। ਜੇਕਰ ਅਜਿਹਾ ਨਾ ਹੁੰਦਾ ਤਾਂ ਤੇਰੇ ਬਾਰੇ ਇਹ ਗੱਲਾਂ ਨਾ ਫੈਲਦੀਆਂ। ਇਸ ਲਈ ਆਪਣਾ ਸਹੀ ਕੰਮ ਦੱਸ, ਤਾਂ ਕਿ ਅਸੀਂ ਹਨੇਰੇ ਵਿੱਚ ਤੇਰੇ ਬਾਰੇ ਫੈਸਲਾ ਕਰ ਦਈਏ। ਫਿਰ ਸੁਕਰਾਤ ਨੇ ਆਪਣੇ ਖਿਲਾਫ ਫੈਲੀਆਂ ਅਫਵਾਹਾਂ ਦੇ ਜਵਾਬ ਦੇਣੇ ਆਰੰਭ ਕੀਤੇ। ਉਸਨੇ ਐਥਨ ਦੀ ਸਭ ਤੋਂ ਸਿਆਣੇ ਆਦਮੀ ਵਾਲੀ ਭਵਿੱਖਬਾਣੀ ਬਾਰੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਮੈਂ ਡੈਲਫੀ ਦੇ ਦੇਵਤਾ ਨੂੰ ਇਸ ਗੱਲ ਦਾ ਗਵਾਹ ਮੰਨਦਾ ਹਾਂ ਕਿ ਉਹ ਮੇਰੇ ਗਿਆਨ ਤੇ ਇਸ ਦੀ ਪ੍ਰਕਿਰਤੀ ਤੋਂ ਜਾਣੂ ਹੈ। ਤੁਹਾਨੂੰ ਸੇਰੀਫੋਨ ਯਾਦ ਹੋਵੇਗਾ, ਉਹ ਬਚਪਨ ਤੋਂ ਹੀ ਮੇਰਾ ਸਾਥੀ ਹੈ। ਇੱਕ ਵਾਰ ਉਹ ਡੈਲਫੀ ਗਿਆ ਤੇ ਉਸਨੇ ਜੋਤਿਸ਼ੀ ਨੂੰ ਸਵਾਲ ਪੁੱਛਿਆ ਕਿ ਕੋਈ ਐਸਾ ਬੰਦਾ ਹੈ ਜੋ ਮੇਰੇ ਤੋਂ ਵੱਧ ਸਿਆਣਾ ਹੈ, ਤਾਂ ਉਸਨੇ ਉੱਤਰ ਵਿੱਚ ਜੋਤਿਸ਼ੀ ਨੇ ਕਿਹਾ ਕਿ ਨਹੀਂ, ਕੋਈ ਵੀ ਅਜਿਹਾ ਨਹੀਂ ਹੈ। ਇਸ ਇਲਜ਼ਾਮ ਦਾ ਜਵਾਬ ਸੁਕਰਾਤ ਖੁਦ ਆਪਣੇ ਪੱਖ ਪੇਸ਼ ਕਰਦਾ ਹੈ। ਉਹ ਲੋਕਾਂ ਸਾਹਮਣੇ ਡੈਲਫੀ ਦੇ ਉਸ ਭਵਿੱਖਵਕਤਾ ਨੂੰ, ਜਿਸਨੂੰ ਐਥਨਜ਼ ਵਾਸੀ ਦੇਵਤਾ ਮੰਨਦੇ ਸਨ, ਦੀ ਇਸ ਟਿੱਪਣੀ ਸੰਬੰਧੀ ਸਵਾਲ ਖੜੇ ਕਰਦਾ ਹੈ। ਤੁਸੀਂ ਹੁਣ ਸੋਚੋ, ਮੈਂ ਅਜਿਹਾ ਕਿਉਂ ਕਰ ਰਿਹਾ ਹਾਂ? ਮੈਂ ਲੋਕਾਂ ਵਿੱਚ ਬੁਰੇ ਬੰਦੇ ਵਜੋਂ ਬਦਨਾਮ ਹਾਂ। ਇਸ ਬਦਨਾਮੀ ਦੀ ਸ਼ੁਰੂਆਤ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਜਦੋਂ ਮੈਂ ਇਸ ਟਿੱਪਣੀ ਸੁਣੀ ਤਾਂ ਮੈਂ ਸੋਚਣ ਲੱਗਾ ਕਿ ਇਸ ਧੁੰਦਲੀ ਜਿਹੀ ਟਿੱਪਣੀ ਤੋਂ ਦੇਵਤੇ ਦਾ ਭਾਵ ਕੀ ਹੈ। ਮੈਨੂੰ ਭਲੀ ਭਾਂਤ ਪਤਾ ਹੈ ਕਿ ਮੈਂ ਸਭ ਤੋਂ ਸਿਆਣਾ ਨਹੀਂ। ਉਸ ਹਾਲਤ ਵਿੱਚ ਜਦੋਂ ਮੈਨੂੰ ਸਭ ਤੋਂ ਸਿਆਣਾ ਕਿਹਾ ਗਿਆ ਤਾਂ ਉਸਦੇ ਕੀ ਅਰਥ ਹਨ? ਦੇਵਤਾ ਤਾਂ ਝੂਠ ਬੋਲ ਨਹੀਂ ਸਕਦਾ। ਕਈ ਦਿਨਾਂ ਤੱਕ ਮੈਂ ਅਣਚਾਹੇ ਮਨ ਨਾਲ ਇਸ ਟਿੱਪਣੀ ਦੇ ਅਰਥ ਜਾਣਨ ਲਈ ਤਿਆਰ ਹੋਇਆ। ਅਗਲੇ ਬਿਆਨ ਵਿੱਚ ਸੁਕਰਾਤ ਗਿਆਨਵਾਨ ਲੋਕਾਂ ਵਜੋਂ ਪ੍ਰਸਿੱਧ ਉਹਨਾਂ ਸਾਰੇ ਲੋਕਾਂ ਦੀ ਮੁਲਾਕਾਤ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਨੇ ਉਹ ਆਪਣੇ ਗਿਆਨ ਦੀ ਕਸੌਟੀ ਸਮਝ ਕੇ ਮਿਲਿਆ ਤੇ ਉਹਨਾਂ ਦਾ ਗਿਆਨ ਹੀ ਪਰਖਿਆ ਗਿਆ। ਮੈਂ ਇੱਕ ਸਿਆਣੇ ਆਦਮੀ ਕੋਲ ਗਿਆ। ਉਸ ਬੰਦੇ ਦਾ ਨਾਂ ਦੱਸਣ ਦੀ ਲੋੜ ਨਹੀਂ, ਉਹ ਇੱਕ ਸਿਆਸਤਦਾਨ ਹੈ। ਮੈਂ ਉਸ ਬੰਦੇ ਨਾਲ ਗੱਲਬਾਤ ਕੀਤੀ ਤਾਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਬਹੁਤ ਸਾਰੇ ਲੋਕ ਜੋ ਆਪਣੇ ਆਪ ਨੂੰ ਗਿਆਨਵਾਨ ਮੰਨਦੇ ਹਨ, ਗਿਆਨਵਾਨ ਨਹੀਂ ਹਨ। ਫਿਰ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਸਿਆਣਾ ਸਮਝਣ ਤੇ ਕਹਿਣ ਵਾਲੇ ਲੋਕ ਹੀ ਸਿਆਣੇ ਨਹੀਂ ਹਨ। ਅਜਿਹਾ ਕਰਕੇ ਉਸ ਵਿਅਕਤੀ ਨੂੰ ਤੇ ਨਾਲ ਖੜੇ ਹੋਰ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ। ਇਸ ਤੋਂ ਬਾਅਦ ਮੈਂ ਹਰ ਬੰਦੇ ਕੋਲ ਇਸ ਲਈ ਗਿਆ ਕਿ ਭਵਿੱਖ ਦੱਸਣ ਵਾਲੇ ਅਰਥ ਖੋਜ ਸਕਾਂ। ਹਰ ਬੰਦਾ ਸਿਆਣਾ ਅਖਵਾਉਂਦਾ ਸੀ ਜਿਨ੍ਹਾਂ ਨੂੰ ਮੈਂ ਮਿਲਿਆ। ਮੈਂ ਇਸ ਸਿੱਟੇ ਤੇ ਪੁੱਜਿਆ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਗਿਆਨ ਵਜੋਂ ਬਹੁਤ ਪ੍ਰਸਿੱਧੀ ਹਾਸਲ ਹੈ, ਉਹ ਸਭ ਤੋਂ ਮੂਰਖ ਲੋਕ ਹਨ। ਜਿਨ੍ਹਾਂ ਨੂੰ ਸਧਾਰਨ ਲੋਕ ਸਮਝਿਆ ਜਾਂਦਾ ਸੀ, ਉਹ ਉਹਨਾਂ ਨਾਲੋਂ ਵੱਧ ਸਿਆਣਪ ਰੱਖਦੇ ਸਨ। ਫਿਰ ਸੁਕਰਾਤ ਮੈਲੀਟਸ ਨਾਲ ਸਿੱਧਾ ਸੰਵਾਦ ਕਰਦਾ ਹੈ ਤੇ ਆਪਣੇ ਉੱਪਰ ਲਗਾਈ ਗਈ ਦੂਸਰੀ ਤੁਹਮਤ ਬਾਰੇ ਫੈਸਲਾ ਲੈਣ ਵਾਲਿਆਂ ਨੂੰ ਵਾਕਫ ਕਰਾਉਂਦਾ ਹੈ। ਉਹ ਮੈਲੀਟਸ ਨੂੰ ਕੋਲ ਬੁਲਾਉਂਦਾ ਹੈ ਤੇ ਸੁਕਰਾਤ ਨੌਜਵਾਨ ਨੂੰ ਪਲੀਤ ਕਰਨ ਵਾਲੇ ਮੁੱਦੇ ਬਾਰੇ ਉਸ ਨਾਲ ਗੱਲ ਕਰਦਾ ਹੈ। ਸੁਕਰਾਤ: ਮੈਲੀਟਸ, ਕੀ ਤੁਸੀਂ ਸਮਝਦੇ ਹੋ ਕਿ ਨੌਜਵਾਨ ਲੋਕਾਂ ਨੂੰ ਸ੍ਰੇਸ਼ਟ ਹੋਣਾ ਚਾਹੀਦਾ ਹੈ? ਮੈਲੀਟਸ: ਹਾਂ, ਬਿਲਕੁਲ। ਸੁਕਰਾਤ: ਜਿਵੇਂ ਕਿ ਤੁਹਾਡਾ ਕਹਿਣਾ ਹੈ, ਤੁਸੀਂ ਇਹ ਖੋਜ ਕੀਤੀ ਹੈ ਕਿ ਮੈਂ ਨੌਜਵਾਨਾਂ ਨੂੰ ਪਲੀਤ ਕਰਦਾ ਹਾਂ। ਕਿਰਪਾ ਕਰਕੇ ਮੁਕੱਦਮੇ ਦੀ ਸੁਣਵਾਈ ਕਰਨ ਵਾਲਿਆਂ ਨੂੰ ਇਹ ਦੱਸੋ ਕਿ ਉਹ ਕੌਣ ਲੋਕ ਹਨ
ਜੋ ਨੌਜਵਾਨ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਹਨ। ਮੈਲੀਟਸ, ਕਾਨੂੰਨ ਹੀ ਲੋਕਾਂ ਦਾ ਵਿਕਾਸ ਕਰਦੇ ਹਨ। ਸੁਕਰਾਤ, ਮੈਂ ਇਹ ਪੁੱਛਣਾ ਚਾਹਾਂਗਾ ਕਿ ਕੌਣ ਲੋਕ ਹਨ ਜੋ ਕਾਨੂੰਨ ਦੇ ਗਿਆਨ ਮੁਤਾਬਕ ਚੱਲ ਕੇ ਨੌਜਵਾਨਾਂ ਦਾ ਵਿਕਾਸ ਕਰਦੇ ਹਨ। ਮੈਲੀਟਸ, ਇੱਥੇ ਮੌਜੂਦ ਜੱਜ ਹੀ ਅਜਿਹੇ ਲੋਕ ਹਨ। ਸੁਕਰਾਤ, ਸਾਰੇ ਜੱਜ ਜਾਂ ਕੁਝ ਇੱਕ ਹੀ? ਮੈਲੀਟਸ, ਸਾਰੇ ਹੀ। ਸੁਕਰਾਤ, ਹੇਰੇ ਨਾਂ ਦੇ ਦੇਵਤਾ ਦੀ ਸਹੁੰ, ਇਹ ਬੜੀ ਸੁਖਦ ਸੂਚਨਾ ਹੈ। ਇੱਥੇ ਨੌਜਵਾਨਾਂ ਦਾ ਭਲਾ ਕਰਨ ਵਾਲਿਆਂ ਦੀ ਭਰਮਾਰ ਹੈ। ਜੋ ਲੋਕ ਮੁਕੱਦਮਾ ਸੁਣਨ ਆਏ ਹਨ, ਕੀ ਉਹ ਵੀ ਨੌਜਵਾਨਾਂ ਨੂੰ ਵਿਕਸਿਤ ਕਰਦੇ ਹਨ? ਤੇ ਕੀ ਸੈਨੇਟਰ ਵੀ ਅਜਿਹਾ ਕਰਦੇ ਹਨ? ਮੈਲੀਟਸ, ਹਾਂ। ਸੁਕਰਾਤ, ਸ਼੍ਰੀਮਾਨ ਮੈਲੀਟਸ, ਇਹ ਵੀ ਦੱਸ ਹੀ ਦਿਓ ਕਿ ਅਸੈਂਬਲੀ ਦੇ ਮੈਂਬਰ ਨੌਜਵਾਨਾਂ ਨੂੰ ਪਲੀਤ ਕਰਦੇ ਹਨ ਜਾਂ ਉਹਨਾਂ ਦੇ ਵਿਚਾਰਾਂ ਦੀ ਤਰੱਕੀ ਕਰਦੇ ਹਨ? ਮੈਲੀਟਸ, ਉਹ ਵੀ ਤਰੱਕੀ ਪੱਖੀ ਹਨ। ਸੁਕਰਾਤ, ਇਸ ਦਾ ਇਹ ਅਰਥ ਹੈ ਕਿ ਮੇਰੇ ਤੋਂ ਬਿਨਾਂ ਸਾਰੇ ਹੀ ਏਥਨਜ਼ ਵਾਸੀ ਨੌਜਵਾਨਾਂ ਦਾ ਵਿਕਾਸ ਕਰਦੇ ਹਨ, ਸਿਰਫ ਮੈਂ ਹੀ ਉਹਨਾਂ ਨੂੰ ਪਲੀਤ ਕਰਦਾ ਹਾਂ। ਕੀ ਤੁਹਾਡਾ ਇਹ ਅਰਥ ਹੈ? ਮੈਲੀਟਸ, ਬਿਲਕੁਲ, ਮੇਰਾ ਇਹੀ ਭਾਵ ਹੈ। ਸੁਕਰਾਤ, ਤੁਸੀਂ ਮੇਰੀ ਖੋਜ ਬਹੁਤ ਹੀ ਬਦਕਿਸਮਤ ਬੰਦੇ ਦੇ ਤੌਰ ਤੇ ਕੀਤੀ ਹੈ। ਨੌਜਵਾਨਾਂ ਦੇ ਵੱਡੇ ਭਾਗ ਹੁੰਦੇ ਜੇ ਸਿਰਫ ਇੱਕ ਜਣਾ ਹੀ ਉਹਨਾਂ ਦਾ ਨੁਕਸਾਨ ਕਰਨ ਵਾਲਾ ਹੁੰਦਾ ਤੇ ਬਾਕੀ ਸਭ ਭਲਾਈ ਪੱਖੀ ਹੁੰਦੇ। ਸੱਚ ਤਾਂ ਇਹ ਹੈ ਕਿ ਤੁਸੀਂ ਇਸ ਗੱਲ ਦਾ ਸਬੂਤ ਦੇ ਰਹੇ ਹੋ ਕਿ ਤੁਸੀਂ ਨੌਜਵਾਨਾਂ ਬਾਰੇ ਕੁਝ ਨਹੀਂ ਸੋਚਿਆ। ਤੁਹਾਡੀਆਂ ਗੱਲਾਂ ਦੱਸਦੀਆਂ ਹਨ ਜਿਸ ਮਾਮਲੇ ਕਰਕੇ ਤੁਸੀਂ ਮੇਰੇ ਉੱਪਰ ਮੁਕੱਦਮਾ ਕੀਤਾ ਹੈ, ਤੁਹਾਡੀ ਆਪਣੀ ਉਸ ਮਾਮਲੇ ਵਿੱਚ ਕੋਈ ਦਿਲਚਸਪੀ ਹੀ ਨਹੀਂ ਹੈ। ਸੁਕਰਾਤ ਨੇ ਆਪਣੇ ਸਵਾਲਾਂ ਦੇ ਤਰੀਕੇ ਵਿੱਚ ਮੈਲੀਟਸ ਨੂੰ ਉਲਝਾ ਕੇ ਸਾਰੀ ਕਚਹਿਰੀ ਸਾਹਮਣੇ ਉਸਦੇ ਪਾਜ ਉਗਾੜ ਦਿੱਤੇ। ਕਿਸੇ ਤਰਕ ਤੱਕ ਪਹੁੰਚਣ ਦਾ ਉਸਦਾ ਇੱਕ ਸਟੀਕ ਤਰੀਕਾ ਸੀ। ਉੱਥੇ ਹਾਜ਼ਰ ਸ਼ਹਿਰ ਵਾਸੀਆਂ ਦੀ ਹਮਦਰਦੀ ਜਿੱਤਣ ਲਈ ਮੈਲੀਟਸ ਨੇ ਜੋ ਜਵਾਬ ਦਿੱਤੇ, ਉਸ ਤੋਂ ਸਾਬਿਤ ਹੋ ਗਿਆ ਕਿ ਸੁਕਰਾਤ ਦੇ ਖਿਲਾਫ ਕੀਤਾ ਇਹ ਮੁਕੱਦਮਾ ਨਿੱਜੀ ਭਾਂਤ ਦੀ ਰੰਜਿਸ਼ ਤੋਂ ਸਿਵਾ ਕੁਝ ਵੀ ਨਹੀਂ ਸੀ। ਸੁਕਰਾਤ ਦੇ ਆਪਣੇ ਸਵਾਲਾਂ ਦੇ ਅਗਲੇਰੇ ਪੱਖ ਵਿੱਚ ਮੈਲੀਟਸ ਤੋਂ ਇਸ ਪਲੀਤ ਕਰਨ ਦੇ ਉਦੇਸ਼ ਬਾਰੇ ਪੁੱਛਿਆ। ਸੁਕਰਾਤ, ਮੈਲੀਟਸ, ਕੀ ਤੁਸੀਂ ਮੇਰੇ ਉੱਪਰ ਇਸ ਲਈ ਮੁਕੱਦਮਾ ਕੀਤਾ ਹੈ ਕਿ ਮੈਂ ਨੌਜਵਾਨਾਂ ਨੂੰ ਭ੍ਰਿਸ਼ਟ ਕਰਕੇ ਜਾਣਬੁੱਝ ਕੇ ਅਣਜਾਣਤਾ ਵਿੱਚ ਉਹਨਾਂ ਨੂੰ ਭੈੜੇ ਬਣਾਉਂਦਾ ਹਾਂ? ਮੈਲੀਟਸ, ਬਿਲਕੁਲ, ਮੈਨੂੰ ਲੱਗਦਾ ਹੈ ਕਿ ਤੁਸੀਂ ਇਹੀ ਕਰਦੇ ਹੋ, ਤਦੋਂ ਮੈਂ ਇਹ ਮੁਕੱਦਮਾ ਕੀਤਾ ਹੈ। ਸੁਕਰਾਤ, ਮੈਲੀਟਸ, ਤੁਸੀਂ ਮੇਰੇ ਤੋਂ ਉਮਰ ਵਿੱਚ ਛੋਟੇ ਹੋਣ ਦੇ ਬਾਵਜੂਦ ਸਿਆਣੇ ਹੋ। ਤੁਹਾਨੂੰ ਭਲੀ ਭਾਂਤ ਪਤਾ ਹੀ ਹੋਵੇਗਾ ਕਿ ਚੰਗੇ ਕੰਮ ਕਰ ਰਹੇ ਲੋਕਾਂ ਨਾਲ ਵੀ ਬੁਰੇ ਸ਼ਹਿਰੀ ਸਦਾ ਬੁਰਾਈ ਕਰਦੇ ਹਨ ਤੇ ਭਲੇ ਨਾਗਰਿਕ ਸਦਾ ਚੰਗਿਆਈ ਹੀ ਕਰਦੇ ਹਨ। ਹੁਣ ਦੇਖੋ ਮੈਂ ਕਿੰਨਾ ਮੂਰਖ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਜੇ ਮੈਂ ਆਪਣੀ ਸ਼ਹਿਰੀਆਂ ਨੂੰ ਬਦਨਾਮ ਬਣਾ ਦੇਵਾਂ ਤਾਂ ਉਹ ਮੈਨੂੰ ਹੀ ਨੁਕਸਾਨ ਪਹੁੰਚਾ ਸਕਦੇ ਹਨ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਜਾਣਬੁੱਝ ਕੇ ਇਹ ਗੁਨਾਹ ਕਰ ਰਿਹਾ ਹਾਂ, ਜਾਂ ਤਾਂ ਮੈਂ ਨੌਜਵਾਨਾਂ ਨੂੰ ਬਿਲਕੁਲ ਹੀ ਭ੍ਰਿਸ਼ਟ ਨਹੀਂ ਕਰ ਰਿਹਾ, ਜਾਂ ਫਿਰ ਅਣਜਾਣਪੁਣੇ ਵਿੱਚ ਐਸਾ ਕਰ ਰਿਹਾ ਹਾਂ ਤਾਂ ਕਿ ਕਾਨੂੰਨ ਮੇਰੇ ਖਿਲਾਫ ਅਣਇੱਛੁਕ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਅਧਿਕਾਰ ਤੁਹਾਨੂੰ ਨਹੀਂ ਦਿੰਦਾ। ਪਰ ਤੁਸੀਂ ਮੈਨੂੰ ਕਚਹਿਰੀ ਸਾਹਮਣੇ ਲੈ ਆਏ ਹੋ ਜਿੱਥੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਫਿਰ ਸੁਕਰਾਤ ਨੇ ਨਾਸਤਿਕਤਾ ਦੇ ਇਲਜ਼ਾਮ ਵੱਲ ਰੁਖ ਕੀਤਾ ਤੇ ਉਸਨੇ ਐਥਨਜ਼ ਦੇ ਸ਼ਹਿਰੀਆਂ ਨੂੰ ਸੰਬੋਧਿਤ ਹੋ ਕੇ ਮੈਲੀਟਸ ਕੋਲੋਂ ਸਵਾਲ ਪੁੱਛੇ। ਸੁਕਰਾਤ, ਐਥਨਜ਼ ਵਾਸੀਓ, ਇਹ ਤਾਂ ਸਪਸ਼ਟ ਹੈ ਕਿ ਮੈਲੀਟਸ ਨੇ ਇਹਨਾਂ ਮਾਮਲਿਆਂ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਕੁਝ ਵੀ ਹੋਵੇ ਮੈਲੀਟਸ, ਤੁਹਾਡੇ ਦੋਸ਼ਾਂ ਮੁਤਾਬਕ ਮੈਂ ਸ਼ਹਿਰ ਦੇ ਪੁਰਾਣੇ ਦੇਵਤਿਆਂ ਵਿੱਚ ਯਕੀਨ ਰੱਖਣ ਦੀ ਥਾਂ ਨਵੇਂ ਦੇਵਤਿਆਂ ਤੇ ਭਰੋਸਾ ਰੱਖਣ ਦੀ ਸਿੱਖਿਆ ਦਿੰਦਾ ਹਾਂ। ਕੀ ਤੁਹਾਨੂੰ ਲੱਗਦਾ ਕਿ ਅਜਿਹੀ ਸਿੱਖਿਆ ਨਾਲ ਹੀ ਨੌਜਵਾਨ ਭ੍ਰਿਸ਼ਟ ਹੁੰਦੇ ਹਨ? ਮੈਲੀਟਸ, ਹਾਂ, ਮੇਰੀ ਇਹੀ ਅਰਥ ਹੈ। ਸੁਕਰਾਤ, ਫਿਰ ਇਸ ਉੱਪਰ ਤਾਂ ਜਰਾ ਵਿਸਤਾਰ ਨਾਲ ਰੋਸ਼ਨੀ ਪਾਓ ਕਿ ਤੁਸੀਂ ਦੋਸ਼ ਲਾਇਆ ਕਿ ਮੈਂ ਨੌਜਵਾਨਾਂ ਨੂੰ ਦੇਵਤਿਆਂ ਉੱਪਰ ਭਰੋਸਾ ਨਾ ਰੱਖਣ ਦੀ ਸਿੱਖਿਆ ਦਿੰਦਾ ਹਾਂ, ਜਾਂ ਫਿਰ ਅਣਜਾਣ ਦੇਵਤਿਆਂ ਪ੍ਰਤੀ ਸ਼ਰਧਾਲੂ ਹੋਣ ਲਈ ਪ੍ਰੇਰਿਤ ਕਰਦਾ ਹਾਂ। ਜੇਕਰ ਤੁਹਾਡਾ ਭਾਵ ਦੂਸਰਾ ਹੈ ਤਾਂ ਕੁਝ ਦੇਵਤਿਆਂ ਉੱਪਰ ਯਕੀਨ ਰੱਖਦਾ ਹਾਂ, ਤਾਂ ਇਹ ਮਾਮਲਾ ਨਾਸਤਿਕਤਾ ਦਾ ਤਾਂ ਨਹੀਂ ਹੈ। ਕੀ ਤੁਹਾਡਾ ਮਤਲਬ ਇਹ ਹੈ ਕਿ ਮੈਂ ਕਿਸੇ ਵੀ ਦੇਵਤਾ ਉੱਪਰ ਯਕੀਨ ਨਹੀਂ ਰੱਖਦਾ? ਮੈਲੀਟਸ, ਮੇਰਾ ਇਹੀ ਭਾਵ ਹੈ ਕਿ ਤੁਸੀਂ ਕਿਸੇ ਵੀ ਰੂਪ ਵਿੱਚ ਦੇਵਤਿਆਂ ਉੱਪਰ ਭਰੋਸਾ ਨਹੀਂ ਰੱਖਦੇ। ਸੁਕਰਾਤ, ਬਹੁਤ ਅੱਛੇ ਮੈਲੀਟਸ, ਤੁਸੀਂ ਐਸਾ ਕਿਉਂ ਕਹਿੰਦੇ ਹੋ ਕਿ ਤੁਹਾਡਾ ਭਾਵ ਹੈ ਕਿ ਸੂਰਜ ਜਾਂ ਚੰਦਰਮਾ ਨੂੰ ਹੋਰ ਲੋਕਾਂ ਵਾਂਗ ਦੇਵਤੇ ਨਹੀਂ ਕਹਿੰਦਾ? ਮੈਲੀਟਸ,
ਜੱਜ ਸਾਹਿਬ, ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਇਹ ਦੇਵਤਿਆਂ ਉੱਪਰ ਭਰੋਸਾ ਨਹੀਂ ਕਰਦਾ। ਇਹਨਾਂ ਲਈ ਸੂਰਜ ਇੱਕ ਪੱਥਰ ਤੇ ਚੰਦ ਕੇਵਲ ਮਿੱਟੀ ਹੈ। ਇਸ ਬਿਆਨ ਨੇ ਸੁਕਰਾਤ ਨੂੰ ਆਪਣੀ ਤਾਰਕਿਕਤਾ ਲਈ ਇਤਿਹਾਸ ਵਿੱਚੋਂ ਹਵਾਲੇ ਲੈਣ ਲਈ ਪ੍ਰੇਰਿਤ ਕਰ ਦਿੱਤਾ। ਉਸਨੇ ਸਵਾਲਾਂ ਦਾ ਐਸਾ ਜਾਲ ਬਣਾ ਦਿੱਤਾ ਜਿਸ ਵਿੱਚ ਉਸਦੇ ਵਿਰੋਧ ਲਾਈਆਂ ਤੁਹਮਤਾਂ ਝੂਠੀਆਂ ਸਾਬਤ ਹੋ ਰਹੀਆਂ ਸਨ। ਚੰਦ ਤੇ ਸੂਰਜ ਦੇ ਮਸਲੇ ਵਿੱਚ ਭੌਤਿਕਤਾਵਾਦੀ ਤਰਕ ਦੇਣ ਵਾਲਾ ਸੁਕਰਾਤ ਪਹਿਲਾ ਯੂਨਾਨੀ ਦਾਰਸ਼ਨਿਕ ਨਹੀਂ ਸੀ। ਉਸ ਤੋਂ ਪਹਿਲਾਂ ਹੀ ਅਨੇਕਸਾਗੋਰਸ ਦੀਆਂ ਇਸ ਸੰਬੰਧੀ ਧਾਰਨਾਵਾਂ ਯੂਨਾਨੀ ਲੋਕਾਂ ਦੇ ਇੱਕ ਵਰਗ ਵਿੱਚ ਪ੍ਰਸਿੱਧ ਹੋ ਚੁੱਕੀਆਂ ਸਨ। ਸੁਕਰਾਤ ਨੇ ਮੈਲੀਟਸ ਨੂੰ ਕਿਹਾ, ਪਿਆਰੇ ਮੈਲੀਟਸ, ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਨੇਕਸਾਗੋਰਸ ਉੱਪਰ ਮੁਕੱਦਮਾ ਚਲਾ ਰਹੇ ਹੋ? ਜੇ ਤੁਸੀਂ ਸੱਚੀ ਇਹ ਸਮਝ ਰਹੇ ਹੋ ਤਾਂ ਤੁਸੀਂ ਜੱਜਾਂ ਨੂੰ ਬਹੁਤ ਨਿਮਾਣੇ ਸਮਝ ਰਹੇ ਹੋ ਕਿ ਉਹ ਅਨਪੜ੍ਹ ਹਨ। ਕਲੇਜੋਮਿਨੀ ਦੇ ਅਲੈਕਸਾਗੋਰਸ ਦੀਆਂ ਲਿਖਤਾਂ ਐਸੇ ਸਿਧਾਂਤ ਨਾਲ ਭਰੀਆਂ ਪਈਆਂ ਹਨ ਤੇ ਨੌਜਵਾਨ ਇੱਕ ਡਰੇਕਮਾ ਦੇਖ ਕੇ ਐਸੇ ਕਿਸੇ ਵੀ ਨਾਟਕ ਨੂੰ ਦੇਖ ਸਕਦੇ ਹਨ। ਜੇ ਮੈਂ ਦਾਅਵਾ ਕਰਾਂ ਕਿ ਇਹ ਸਿਧਾਂਤ ਮੇਰਾ ਹੈ ਤਾਂ ਉਹ ਮੇਰੇ ਤੇ ਹੱਸਣਗੇ। ਇੰਜ ਸੁਕਰਾਤ ਨੇ ਅਦਾਲਤ ਸਾਹਮਣੇ ਪੇਸ਼ ਕਰ ਦਿੱਤਾ ਕਿ ਉਸ ਉੱਪਰ ਲਗਾਏ ਗਏ ਦੋਸ਼ ਕਿੰਨੇ ਹਾਸੋਹੀਣੇ ਤੇ ਗੰਭੀਰਤਾ ਤੋਂ ਵਾਂਝੇ ਹਨ। ਉਸ ਨੇ ਕਸਮ ਖਾ ਕੇ ਜੱਜਾਂ ਸਾਹਮਣੇ ਸਵੀਕਾਰ ਕੀਤਾ ਕਿ ਉਹ ਪਰਮਾਰਥ ਵਿੱਚ ਯਕੀਨ ਰੱਖਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਸੋਚਣ ਦੇ ਵਿਲੱਖਣ ਤਰੀਕੇ ਕਾਰਨ ਹੀ ਨੌਜਵਾਨ ਉਸ ਕੋਲ ਆਉਂਦੇ ਹਨ। ਇਹ ਤਰੀਕਾ ਵੀ ਉਸਨੇ ਯੂਨਾਨ ਦੇ ਸੱਭਿਆਚਾਰਕ ਵਿਰਾਸਤ ਵਿੱਚੋਂ ਹੀ ਗ੍ਰਹਿਣ ਕੀਤਾ ਹੈ, ਜਿੱਥੇ ਮਨੁੱਖ ਦੀਆਂ ਪ੍ਰਾਪਤੀਆਂ ਨਾਲੋਂ ਉਸਦੇ ਸੋਚਣ ਦਾ ਤਰੀਕਾ ਉਸਦੀ ਵੱਖਰਤਾ ਗਿਣਿਆ ਜਾਂਦਾ ਹੈ। ਸੁਕਰਾਤ ਨੇ ਐਥਨਜ਼ ਵਾਸੀਆਂ ਅੱਗੇ ਇੱਕ ਵੀ ਰਹਿਮ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ, ਬਲਕਿ ਉਸਨੇ ਇਹ ਬਿਆਨ ਵੀ ਦਿੱਤਾ, ਮੈਂ ਇਹੀ ਸੋਚਦਾ ਕਿ ਜੱਜਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਛੱਡ ਦਿਓ ਤੇ ਮੈਂ ਇਸ ਤਰ੍ਹਾਂ ਸਜ਼ਾ ਤੋਂ ਬਚਾਵ ਹੋ ਜਾਵੇ। ਮੈਂ ਇਸ ਨੂੰ ਸਹੀ ਨਹੀਂ ਮੰਨਦਾ। ਅਖੀਰ ਵਿੱਚ ਉਸਨੇ ਸਾਰੇ ਮੁਕੱਦਮੇ ਵਿੱਚ ਆਪਣੀ ਸਫਾਈ ਸਮੇਟਦਿਆਂ ਕਿਹਾ, ਐਥਨਜ਼ ਵਾਸੀਓ, ਇਹ ਸਾਰੀਆਂ ਤੁਹਮਤਾਂ ਸੱਚਾਈ ਤੋਂ ਕੋਹਾਂ ਦੂਰ ਹਨ। ਮੈਨੂੰ ਦੇਵਤਿਆਂ ਉੱਪਰ ਇੰਨਾ ਭਰੋਸਾ ਹੈ ਕਿ ਮੁਕੱਦਮਾ ਚਲਾਉਣ ਵਾਲਿਆਂ ਵਿੱਚੋਂ ਕਿਸੇ ਨੂੰ ਨਹੀਂ ਹੋਣਾ। ਫੈਸਲੇ ਲਈ ਮੈਂ ਇਸ ਮਾਮਲੇ ਨੂੰ ਤੁਹਾਡੇ ਤੇ ਪਰਮਾਤਮਾ ਅੱਗੇ ਰੱਖਦਾ ਹਾਂ। ਮੇਰੀਆਂ ਨੇਕੀਆਂ ਤੇ ਵਧੀਆਂ ਨੇ ਮੱਦੇ ਨਜ਼ਰ ਜੈਸਾ ਚਾਹੇ ਫੈਸਲਾ ਕਰੋ। ਇਸ ਤੋਂ ਬਾਅਦ ਕਚਹਿਰੀ ਵਿੱਚ ਮੌਜੂਦਾ ਲੋਕਾਂ ਨੇ ਮੁਕੱਦਮੇ ਵਿੱਚ ਸੁਕਰਾਤ ਦੀ ਸਜ਼ਾ ਸੰਬੰਧੀ ਆਪਣੀ ਰਾਏ ਮਤਾਂ ਰੂਪ ਵਿੱਚ ਦਰਜ ਕਰਵਾਈ। ਕੁੱਲ ਮਿਲਾ ਕੇ 501 ਲੋਕਾਂ ਨੇ ਇਸ ਰਾਏ ਦੇਣ ਵਿੱਚ ਹਿੱਸਾ ਲਿਆ। 281 ਜਣਿਆਂ ਨੂੰ ਲੱਗਿਆ ਕਿ ਸੁਕਰਾਤ ਉੱਪਰ ਇਲਜ਼ਾਮ ਸਹੀ ਹਨ ਤੇ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। 220 ਜਣਿਆਂ ਅਨੁਸਾਰ ਉਹ ਬੇਕਸੂਰ ਸੀ ਤੇ ਉਸ ਉੱਪਰ ਲਗਾਏ ਗਏ ਦੋਸ਼ ਬੇਬੁਨਿਆਦ ਸਨ। ਇਹ ਫੈਸਲਾ ਜਾਣ ਕੇ ਉਸਦੇ ਚਿਹਰੇ ਤੇ ਕੋਈ ਚਿੰਤਾ ਨਹੀਂ ਉਭਰੀ। ਉਹ ਪਹਿਲਾਂ ਹੀ ਅਦਾਲਤ ਵਿੱਚ ਕਹਿ ਚੁੱਕਿਆ ਸੀ, ਇਤਿਹਾਸ ਵਿੱਚ ਹੁਣ ਤੱਕ ਇਹਨਾਂ ਕਾਰਨਾਂ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਆਪਣੀ ਬਲੀ ਦੇਣੀ ਪਈ ਹੈ। ਅੱਗੇ ਵੀ ਵੈਸਾ ਹੀ ਹੋਵੇਗਾ ਤੇ ਸੰਭਵ ਹੈ ਕਿ ਮੇਰੀ ਵੀ ਇਹੀ ਹੋਣੀ ਹੋਵੇਗੀ। ਉਸਨੇ ਕਚਹਿਰੀ ਵਿੱਚ ਮੌਜੂਦ ਲੋਕਾਂ ਵੱਲ ਭਰਵੀਂ ਨਿਗਾਹ ਮਾਰੀ ਤੇ ਸ਼ਹਿਰ ਵਾਸੀਆਂ ਵੱਲ ਦੇਖ ਕੇ ਕਿਹਾ, ਐਥਨਜ਼ ਵਾਸੀਓ, ਤੁਹਾਡੇ ਫੈਸਲੇ ਨੇ ਮੈਨੂੰ ਕਈ ਕਾਰਨਾਂ ਕਰਕੇ ਪਰੇਸ਼ਾਨ ਨਹੀਂ ਹੋਣ ਦਿੱਤਾ। ਮੈਨੂੰ ਉਮੀਦ ਹੀ ਸੀ ਕਿ ਤੁਸੀਂ ਮੈਨੂੰ ਦੋਸ਼ੀ ਕਰਾਰ ਦਿਓਗੇ। ਹੈਰਾਨੀ ਤਾਂ ਮੈਨੂੰ ਰਾਵਾਂ ਦੀ ਗਿਣਤੀ ਤੇ ਹੈ। ਮੈਂ ਸੋਚਿਆ ਹੀ ਨਹੀਂ ਸੀ ਕਿ ਮੇਰੇ ਖਿਲਾਫ ਇੰਨੀਆਂ ਘੱਟ ਰਾਵਾਂ ਹੋਣਗੀਆਂ। ਜੇਕਰ ਸਿਰਫ 30 ਲੋਕਾਂ ਦੀ ਰਾਏ ਇੱਧਰ ਉੱਧਰ ਹੋ ਜਾਂਦੀ ਤਾਂ ਮੈਂ ਦੋਸ਼ ਮੁਕਤ ਸਾਬਿਤ ਹੁੰਦਾ ਤੇ ਬਚ ਜਾਂਦਾ, ਪਰ ਹੁਣ ਇਸਦਾ ਅਰਥ ਇਹ ਹੈ ਕਿ ਮੈਲੀਟਸ ਬਚ ਤਾਂ ਗਿਆ ਪਰ ਉਹ ਜਿੱਤ ਨਹੀਂ ਸਕਿਆ। ਜੇਕਰ ਅਨਾਇਟਸ ਤੇ ਲਾਈਕੇਨ ਉਸ ਨਾਲ ਰਲ ਕੇ ਮੁਕੱਦਮਾ ਨਾ ਕਰਦੇ ਤਾਂ ਮੇਰੇ ਖਿਲਾਫ ਇੰਨੇ ਲੋਕਾਂ ਦੀ ਰਾਏ ਨਾ ਬਣਦੀ। ਮੈਲੀਟਸ ਨੂੰ ਘੱਟ ਰਾਵਾਂ ਉਸਦੇ ਹੱਕ ਵਿੱਚ ਹੋਣ ਲਈ 1000 ਡਰੇਕਮਾਂ ਦਾ ਜੁਰਮਾਨਾ ਹੁੰਦਾ ਤੇ ਉਸਦਾ ਸਭ ਕੁਝ ਕੁਰਕਿਆ ਜਾਂਦਾ। ਹੁਣ ਉਹ ਠੀਕ ਹੀ ਮੇਰੇ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ। ਸੁਕਰਾਤ ਨੇ ਆਪਣੀ ਗੱਲ ਜਾਰੀ ਰੱਖੀ। ਉਸਨੇ ਕਿਹਾ ਕਿ ਲੋਕ ਇਹਨਾਂ ਗੱਲਾਂ ਤੋਂ ਉਸਦੇ ਗੁਸਤਾਖ ਤੇ ਜਿੱਦੀ ਸੁਭਾਅ ਬਾਰੇ ਅੰਦਾਜ਼ਾ ਲਾਉਣਗੇ। ਉਸਨੇ ਇਹ ਵੀ ਕਿਹਾ ਕਿ ਜੇਕਰ ਐਥਨਜ਼ ਦੀ ਕਚਹਿਰੀ ਇਸ ਮੁਕੱਦਮੇ ਨੂੰ ਨਿਬੇੜਨ ਲਈ ਕਾਹਲ ਨਾ ਕਰਦੀ ਤੇ ਹੋਰਨਾਂ ਪ੍ਰਾਂਤਾਂ ਵਾਂਗ ਫੈਸਲਾ ਇੱਕੋ ਦਿਨ ਵਿੱਚ ਨਾ ਹੋਇਆ ਹੁੰਦਾ ਤਾਂ ਸ਼ਾਇਦ ਹੀ ਉਹ ਲੋਕਾਂ ਨੂੰ ਆਪਣੀ ਗੱਲ ਤੋਂ ਜਾਣੂ ਵੀ ਕਰਵਾ ਲੈਂਦਾ।
ਉਹ ਨਾ ਤਾਂ ਅਧਿਕਾਰੀਆਂ ਦੀ ਗੁਲਾਮੀ ਦੇ ਰੂਪ ਵਿੱਚ ਲੰਮੀ ਕੈਦ ਕੱਟ ਕੇ ਆਪਣੇ ਬੁਢਾਪੇ ਨੂੰ ਖੱਜਲ ਖੁਆਰ ਕਰਨਾ ਚਾਹੁੰਦਾ ਸੀ ਤੇ ਨਾ ਹੀ ਨਕਦ ਜੁਰਮਾਨੇ ਦੇ ਭੁਗਤਾਨ ਲਈ ਉਸ ਕੋਲ ਧਨ ਸੀ। ਇੱਕ ਬਦਲ ਇਹੀ ਸੀ ਕਿ ਉਹ ਆਪਣੇ ਲਈ ਜਲਾਵਤਨੀ ਮੰਗ ਲਏ। ਉਸਨੇ ਸ਼ਹਿਰੀਆਂ ਨੂੰ ਕਿਹਾ ਕਿ ਉਹ ਗੁਨਾਹਗਾਰ ਦਾ ਦਾਗ ਸਿਰ ਤੇ ਲੈ ਕੇ ਕਿਤੇ ਹੋਰ ਜਾ ਕੇ ਨਫ਼ਰਤ ਨਹੀਂ ਭੋਗਣੀ ਚਾਹੁੰਦਾ। ਸ਼ਾਇਦ ਕੋਈ ਇਹ ਪੁੱਛੇ ਕਿ ਮੈਂ ਐਥਨਜ਼ ਤੋਂ ਨਿਕਲ ਕੇ ਆਰਾਮ ਨਾਲ ਕਿਉਂ ਨਹੀਂ ਜਿਉਂਦਾ। ਤੁਹਾਨੂੰ ਇਹ ਸਮਝਾਉਣਾ ਸਭ ਤੋਂ ਔਖਾ ਹੈ ਕਿ ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ। ਮੈਂ ਸਜ਼ਾ ਦਾ ਹੱਕਦਾਰ ਹੋਣ ਦਾ ਆਦੀ ਨਹੀਂ ਹਾਂ। ਜੇਕਰ ਮੈਂ ਅਮੀਰ ਹੁੰਦਾ ਤਾਂ ਰਕਮ ਅਦਾ ਕਰਕੇ ਛੁੱਟਣ ਨੂੰ ਬਦਲ ਵਜੋਂ ਦੇਖਦਾ, ਪਰ ਮੈਂ ਇੰਨਾ ਅਮੀਰ ਨਹੀਂ ਕਿ ਮੈਂ ਜੁਰਮਾਨਾ ਦੇ ਸਕਾਂ। ਇਹ ਕਹਿ ਕੇ ਉਸਨੇ ਬੋਝੇ ਵਿੱਚ ਚਾਂਦੀ ਦਾ ਇੱਕ ਸਿੱਕਾ ਡਰਕਮਾ ਕੱਢ ਕੇ ਦਿਖਾਇਆ। ਉਸਨੇ ਅਦਾਲਤ ਸਾਹਮਣੇ ਤਜਵੀਜ਼ ਰੱਖੀ ਕਿ ਪਲੇਟੋ ਕ੍ਰੀਟੋਬੁਲਸ ਐਪੋਲੋਡੋਰਸ ਉਸ ਲਈ ਜ਼ਮਾਨਤ ਵਜੋਂ 30 ਸਿੱਕੇ ਦੇ ਸਕਦੇ ਹਨ। ਇਹ ਤਜਵੀਜ਼ ਉੱਪਰ ਫਿਰ ਲੋਕਾਂ ਦੀ ਰਾਏ ਲਈ ਗਈ। ਐਥਨਜ਼ ਵਾਸੀਆਂ ਕੋਲ ਆਪਣੀ ਪੁਲਿਸ ਧਾਰਨ ਦਾ ਜੋ ਮੌਕਾ ਸੀ ਉਹ ਵੀ ਉਹਨਾਂ ਨੇ ਗਵਾ ਦਿੱਤਾ। ਸੁਕਰਾਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸੁਕਰਾਤ ਨੇ ਐਥਨਜ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ, ਮੈਂ ਇਸ ਲਈ ਨਹੀਂ ਹਾਰਿਆ ਕਿ ਮੇਰੇ ਕੋਲ ਤਰਕਾਂ ਦੀ ਘਾਟ ਸੀ, ਬਲਕਿ ਮੈਂ ਬੇਸ਼ਰਮ ਨਹੀਂ ਸੀ। ਮੈਂ ਇਸ ਮੁਕੱਦਮੇ ਵਿੱਚ ਉਸ ਤਰ੍ਹਾਂ ਪੇਸ਼ ਨਹੀਂ ਹੋਇਆ ਜਿਵੇਂ ਤੁਸੀਂ ਚਾਹੁੰਦੇ ਸੀ। ਰੋ ਪਿੱਟ ਕੇ ਰਹਿਮ ਦੀ ਭੀਖ ਵੀ ਮੈਂ ਨਹੀਂ ਮੰਗੀ, ਨਾ ਹੀ ਐਸੀਆਂ ਗੱਲਾਂ ਕੀਤੀਆਂ ਜਾਂ ਐਸੇ ਕਾਰਜ ਕੀਤੇ ਜੋ ਅਕਸਰ ਦੋਸ਼ੀ ਕਰਦੇ ਹਨ ਤੇ ਜਿਨ੍ਹਾਂ ਨੂੰ ਦੇਖਣ ਦੀ ਆਦਤ ਤੁਹਾਨੂੰ ਹੈ। ਜਿਨ੍ਹਾਂ ਲੋਕਾਂ ਨੇ ਮੈਨੂੰ ਸਜ਼ਾ ਦਿੱਤੀ ਹੈ, ਮੇਰੀ ਮੌਤ ਹੀ ਉਹਨਾਂ ਲਈ ਵੀ ਗੰਭੀਰ ਸਜ਼ਾ ਹੋਵੇਗੀ। ਆਖਰੀ ਵਾਰ ਸੁਕਰਾਤ ਨੇ ਕਚਹਿਰੀ ਵਿੱਚ ਹਾਜ਼ਰ ਲੋਕਾਂ ਸਾਹਮਣੇ ਕੁਝ ਗੱਲਾਂ ਕਹੀਆਂ ਜਿਨ੍ਹਾਂ ਵਿੱਚ ਨਸੀਹਤਾਂ, ਸਲਾਹ ਤੇ ਆਖਰੀ ਇੱਛਾ ਰਲੀ ਹੋਈ ਸੀ। ਉਸਨੇ ਕਿਹਾ, ਜੱਜ ਸਾਹਿਬਾਨ, ਤੁਸੀਂ ਵੀ ਮੌਤ ਦਾ ਸਾਹਮਣਾ ਦਲੇਰੀ ਨਾਲ ਕਰਿਓ ਤੇ ਇਸ ਨੂੰ ਇੱਕ ਸੱਚ ਵਾਂਗ ਸਮਝੋ ਕਿ ਇਹ ਜ਼ਿੰਦਗੀ ਜਾਂ ਮੌਤ ਤੋਂ ਬਾਅਦ ਵੀ ਕਿਸੇ ਭਲੇ ਆਦਮੀ ਉੱਪਰ ਕੋਈ ਸੰਕਟ ਨਹੀਂ ਆ ਸਕਦਾ। ਫਿਰ ਵੀ ਮੈਂ ਇੱਕ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਜਦ ਮੇਰੇ ਪੁੱਤਰ ਵੱਡੇ ਹੋ ਜਾਣ ਤੇ ਤੁਹਾਨੂੰ ਇਹ ਲੱਗੇ ਕਿ ਇਹ ਧਨ ਤੇ ਵਸਤੂਆਂ ਇਕੱਠੀਆਂ ਕਰਨ ਵੱਲ ਧਿਆਨ ਦੇ ਰਹੇ ਹਨ, ਜਦੋਂ ਉਹ ਬਿਨਾਂ ਕੁਝ ਬਣਿਆ ਹੀ ਕੁਝ ਹੋਣ ਬਾਰੇ ਸੋਚਣ ਲੱਗ ਜਾਣ, ਤਾਂ ਉਹਨਾਂ ਦਾ ਉਸੇ ਤਰ੍ਹਾਂ ਤਿਰਸਕਾਰ ਕਰਿਓ ਜਿਵੇਂ ਮੈਂ ਤੁਹਾਡਾ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਤੇ ਸਾਨੂੰ ਆਪਣੇ ਰਾਹ ਜਾਣਾ ਪਵੇਗਾ, ਮੈਨੂੰ ਮਰਨ ਲਈ ਤੇ ਤੁਹਾਨੂੰ ਜੀਣ ਲਈ। ਰਹੀ ਗੱਲ ਕਿ ਜ਼ਿੰਦਗੀ ਵੱਡੀ ਹੈ ਜਾਂ ਮੌਤ, ਇਹ ਗੱਲ ਕੇਵਲ ਪਰਮਾਤਮਾ ਜਾਣਦਾ ਹੈ ਤੇ ਪਰਮਾਤਮਾ ਹੀ ਜਾਣਦਾ ਹੈ। ਅਦਾਲਤ ਨੇ ਸੁਕਰਾਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਉਸਦੇ ਵਿਰੋਧੀ ਮੁਕੱਦਮੇ ਵਾਂਗ ਹੀ ਉਸਦੀ ਜਲਦ ਮੌਤ ਲਈ ਕਾਹਲ ਵਿੱਚ ਸਨ। ਐਥਨਜ਼ ਦੇ ਕਾਨੂੰਨ ਮੁਤਾਬਕ ਦੋਸ਼ੀ ਦੀ ਸਜ਼ਾ ਨੂੰ ਲੰਮੇ ਸਮੇਂ ਤੱਕ ਮੁਲਤਵੀ ਵੀ ਨਹੀਂ ਕੀਤਾ ਜਾਂਦਾ ਸੀ, ਪਰ ਸੁਕਰਾਤ ਇਸ ਤੋਂ 1 ਮਹੀਨਾ ਬਾਅਦ ਤੱਕ ਕਾਲ ਕੋਠੜੀ ਵਿੱਚ ਰਿਹਾ। ਇਸ ਪਿੱਛੇ ਐਥਨਜ਼ ਦੀ ਇੱਕ ਰਵਾਇਤ ਸੀ। ਇੱਕ ਕਥਾ ਮੁਤਾਬਿਕ ਪ੍ਰਾਚੀਨ ਐਥਨਜ਼ ਦੇ ਥੀਸੀਅਸ ਨਾਮੀ ਰਾਜਕੁਮਾਰ ਨੂੰ ਮਿਨੋਤਰ ਨਾਂ ਦੇ ਦੈਂਤ ਨੂੰ ਮਾਰਨ ਲਈ ਇੱਕ ਯਾਤਰਾ ਕਰਨੀ ਪਈ ਸੀ। ਉਹ ਦੈਂਤ ਡੈਲਸ ਨਾਂ ਦੇ ਸਥਾਨ ਤੇ ਰਹਿੰਦਾ ਸੀ ਤੇ ਐਥਨਜ਼ ਦੇ ਲੋਕ ਉਸ ਕੋਲੋਂ ਆਪਣੀ ਰੱਖਿਆ ਲਈ ਸਮੇਂ-ਸਮੇਂ ਤੇ ਮਨੁੱਖਾਂ ਨੂੰ ਖੁਰਾਕ ਵਜੋਂ ਜਹਾਜ਼ ਵਿੱਚ ਭਰ ਕੇ ਭੇਜਿਆ ਕਰਦੇ ਸਨ। ਇਸ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਐਥਨਜ਼ ਵਾਸੀ ਆਪਣੇ ਰਾਜਕੁਮਾਰ ਥੀਸੀਅਸ ਕੋਲ ਗਏ। ਇਸ ਤੋਂ ਉਸਨੇ ਅਪੋਲੋ ਦੇਵਤਾ ਦੇ ਮੰਦਰ ਵਿੱਚ ਸੁਖੀ ਕਿ ਜੇ ਉਹ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ ਤਾਂ ਉਹ ਡੈਲਸ ਦੇ ਪਵਿੱਤਰ ਥਾਂ ਦੀ ਯਾਤਰਾ ਲਈ ਹਰ ਵਰ੍ਹੇ ਜਹਾਜ਼ ਭੇਜਿਆ ਕਰੇਗਾ। ਥੀਸੀਅਸ ਦੈਂਤ ਨੂੰ ਮਾਰਨ ਵਿੱਚ ਸਫਲ ਰਿਹਾ ਤੇ ਐਥਨਜ਼ ਤੋਂ ਹਰ ਸਾਲ ਜਹਾਜ਼ ਜਾਣ ਦੀ ਰਵਾਇਤ ਆਰੰਭ ਹੋ ਗਈ। ਐਥਨਜ਼ ਵਾਸੀ ਉਸ ਸਮੇਂ ਨੂੰ ਪਵਿੱਤਰ ਤਿਉਹਾਰ ਵਾਂਗ ਮਨਾਉਂਦੇ ਜਦੋਂ ਜਹਾਜ਼ ਡੈਲਸ ਦੀ ਯਾਤਰਾ ਕਰਦਾ ਸੀ। ਇਹ ਸਾਰੀ ਯਾਤਰਾ ਕਰੀਬਨ 27 ਦਿਨਾਂ ਵਿੱਚ ਸਮਾਪਤ ਹੁੰਦੀ ਸੀ। ਇਸ ਦੌਰਾਨ ਐਥਨਜ਼ ਵਿੱਚ ਕਿਸੇ ਵੀ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਜਿਸ ਦਿਨ ਸੁਕਰਾਤ ਨੂੰ ਸਜ਼ਾ ਸੁਣਾਈ ਗਈ, ਉਸ ਰਾਤ ਜਹਾਜ਼ ਡੈਲਸ ਲਈ ਰਵਾਨਾ ਹੋਇਆ। ਨਤੀਜਨ ਫੈਸਲਾ ਹੋਇਆ ਕਿ ਜਹਾਜ਼ ਦੇ ਆਉਣ ਤੋਂ ਬਾਅਦ ਹੀ ਸੁਕਰਾਤ ਨੂੰ ਸਜ਼ਾ ਦਿੱਤੀ ਜਾਵੇਗੀ। ਸੁਕਰਾਤ ਨੇ 1 ਮਹੀਨੇ ਵਿੱਚ ਜਿਸ ਤਰ੍ਹਾਂ ਦਾ ਜੀਵਨ ਜੀਵਿਆ, ਉਹ ਉਸਦੀ ਦਾਰਸ਼ਨਿਕ ਹੋਂਦ ਦਾ ਸਿਖਰ ਸੀ। ਸਜ਼ਾ ਸੁਣਾਉਣ ਦੇ 27ਵੇਂ ਦਿਨ ਸੁਕਰਾਤ ਦਾ ਨੇੜੇ ਦਾ ਦੋਸਤ ਕ੍ਰੀਟੋ ਇਹ ਖਬਰ ਲੈ ਕੇ ਪਹੁੰਚਦਾ ਹੈ ਕਿ ਜਹਾਜ਼ ਆ ਰਿਹਾ ਹੈ।
ਕ੍ਰੀਟੋ ਖਬਰ ਲੈ ਕੇ ਪਹੁੰਚਦਾ ਹੈ ਕਿ ਜਹਾਜ਼ ਆ ਰਿਹਾ ਹੈ। ਕ੍ਰੀਟੋ ਜਦੋਂ ਸੁਕਰਾਤ ਨੂੰ ਮਿਲਣ ਲਈ ਪਹੁੰਚਿਆ ਤਾਂ ਉਹ ਮਿੱਠੀ ਨੀਂਦ ਸੋ ਰਿਹਾ ਸੀ। ਕ੍ਰੀਟੋ ਇਹ ਦੇਖ ਕੇ ਹੈਰਾਨ ਹੁੰਦਾ ਹੈ ਕਿ ਮੌਤ ਦੇ ਦਰਵਾਜ਼ੇ ਤੇ ਖੜੇ ਬੰਦੇ ਨੂੰ ਇੰਨੀ ਡਰ-ਮੁਕਤ ਨੀਂਦ ਆ ਸਕਦੀ ਹੈ। ਸੁਕਰਾਤ ਨੇ ਉਸਨੂੰ ਆਪਣੇ ਇੱਕ ਸੁਪਨੇ ਬਾਰੇ ਦੱਸਿਆ, ਜਿਸ ਵਿੱਚ ਸਫੇਦ ਕੱਪੜਿਆਂ ਵਾਲੀ ਇੱਕ ਔਰਤ ਉਸਨੂੰ ਕਹਿੰਦੀ ਹੈ ਕਿ ਅੱਜ ਤੋਂ ਤੀਸਰੇ ਦਿਨ ਉਹ ਸੁੰਦਰ ਸਵਰਗ ਦੀ ਯਾਤਰਾ ਤੇ ਚੱਲੇਗਾ। ਉਹ ਸੁਕਰਾਤ ਨੂੰ ਜੇਲ੍ਹ ਵਿੱਚੋਂ ਨਿਕਲਣ ਲਈ ਤੇ ਫਿਰ ਸਿਸਲੀ ਦੇ ਟਾਪੂਆਂ ਵਿੱਚ ਜਾ ਕੇ ਰਹਿਣ ਲਈ ਕਹਿੰਦਾ ਹੈ। ਸੁਕਰਾਤ ਕਹਿੰਦਾ ਹੈ, ਤੇਰੀ ਤਜਵੀਜ਼ ਨਾਲ ਮੇਰੀ ਜਾਨ ਬਚ ਜਾਏਗੀ, ਪਰ ਜਿਸ ਆਦਰਸ਼ ਲਈ ਇਹ ਸਭ ਵਾਪਰਿਆ ਹੈ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਢਹਿ ਢੇਰੀ ਹੋ ਜਾਵੇਗਾ। ਮੇਰੀ ਮੌਤ ਨਾਲ ਉਹ ਸਿਧਾਂਤ ਸਦੀਆਂ ਤੱਕ ਲੋਕਾਂ ਦੇ ਜੀਣ ਦਾ ਵਿਹਾਰ ਬਣ ਜਾਵੇਗਾ। ਕ੍ਰੀਟੋ ਸੁਕਰਾਤ ਨੂੰ ਇਹ ਵੀ ਕਹਿੰਦਾ ਹੈ ਕਿ ਬਹੁਤ ਸਾਰੇ ਲੋਕ ਉਸ ਦੀ ਜਾਨ ਬਚਾਉਣ ਲਈ ਚਿੰਤਤ ਹਨ ਤੇ ਧਨ ਖਰਚ ਕਰਨ ਦੀ ਇੱਛਾ ਵੀ ਰੱਖਦੇ ਹਨ। ਉਹ ਸੁਕਰਾਤ ਨੂੰ ਉਸਦੇ ਪਰਿਵਾਰ ਦਾ ਵਾਸਤਾ ਦਿੰਦਾ ਹੈ। ਸੁਕਰਾਤ ਅਜਿਹੇ ਮੌਕੇ ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਵੀ ਆਪਣੀ ਜਾਣੀ ਪਛਾਣੀ ਤਰਕ ਦੀ ਵਿਧੀ ਨੂੰ ਨਹੀਂ ਛੱਡਦਾ, ਪਰ ਉਹ ਇਹਨਾਂ ਸਾਰੇ ਤਰਕਾਂ ਦੇ ਜਵਾਬ ਵਿੱਚ ਇਹੀ ਕਹਿੰਦਾ ਹੈ, ਉਹਨੇ ਆਪਣੇ ਬੱਚਿਆਂ ਦੇ ਮਾਣ ਲਈ ਹੀ ਨਾ ਦੌੜਨ ਦਾ ਫੈਸਲਾ ਕੀਤਾ ਹੈ। ਉਹ ਆਪਣੀ ਮੌਤ ਨੂੰ ਪਰਮਾਤਮਾ ਦੀ ਇੱਛਾ ਕਹਿੰਦਾ ਹੈ। ਸੁਕਰਾਤ ਦੀ ਮੌਤ ਦੇ ਦਿਨ ਬਾਰੇ ਪਲੇਟੋ ਨੇ ਆਪਣੇ ਪ੍ਰਸਿੱਧ ਸੰਵਾਦ ਫੈਡੋ ਵਿੱਚ ਲਿਖਿਆ ਹੈ। ਜਿਸ ਦਿਨ ਉਸਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਣਾ ਸੀ, ਉਸ ਦਿਨ ਸਵੇਰੇ ਤੋਂ ਹੀ ਪ੍ਰਸ਼ੰਸਕ ਤੇ ਅਨੁਯਾਈ ਜੇਲ੍ਹ ਦੇ ਬਾਹਰ ਇਕੱਠੇ ਹੋ ਰਹੇ ਸਨ। ਕਾਲ ਕੋਠੜੀ ਦਾ ਪਹਿਰੇਦਾਰ ਇਸ ਭੀੜ ਦੇ ਕਹਿਣ ਤੇ ਅੰਦਰ ਜਾ ਕੇ ਵੇਖਦਾ ਹੈ ਕਿ ਕੁਝ ਸਿਪਾਹੀ ਸੁਕਰਾਤ ਦੀ ਹੱਥਕੜੀ ਤੇ ਬੇੜੀਆਂ ਖੋਲ ਰਹੇ ਸਨ। ਬਾਅਦ ਵਿੱਚ ਉਹ ਸੁਕਰਾਤ ਦੇ ਕੁਝ ਪਿਆਰਿਆਂ, ਉਸਦੀ ਪਤਨੀ, ਬੱਚਿਆਂ, ਕ੍ਰੀਟੋ ਤੇ ਫੈਡੋ ਨੂੰ ਅੰਦਰ ਭੇਜ ਦਿੰਦਾ ਹੈ। ਦਰਅਸਲ ਫੈਡੋ ਤੇ ਇੱਕ ਹੋਰ ਸਾਥੀ ਕ੍ਰੀਟੋ, ਅਪੋਲੋਡੋਸਸ, ਕ੍ਰੀਟੋਬੁਲਸ ਤੇ ਹੋਰ ਨੇੜਲੇ ਦੋਸਤ ਸਵੇਰ ਤੋਂ ਹੀ ਜੇਲ੍ਹ ਵਿੱਚ ਪੁੱਜੇ ਹੋਏ ਸਨ। ਸੁਕਰਾਤ ਨੂੰ ਦੇਖ ਕੇ ਜ਼ੈਨਥੀਪੀ ਵਿਲਾਪ ਕਰਨ ਲੱਗਦੀ ਹੈ ਤਾਂ ਉਸਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ। ਪਲੇਟੋ, ਜਿਸਨੇ ਸਾਰਾ ਮੁਕੱਦਮਾ ਆਪਣੀ ਅੱਖਾਂ ਨਾਲ ਦੇਖਿਆ ਸੀ, ਸਿਹਤ ਖਰਾਬ ਹੋਣ ਕਾਰਨ ਆਖਰੀ ਦਿਨ ਜੇਲ੍ਹ ਨਹੀਂ ਜਾ ਸਕਿਆ। ਇਸ ਲਈ ਆਖਰੀ ਦਿਨ ਦਾ ਸਾਰਾ ਬਿਰਤਾਂਤ ਪਲੇਟੋ ਨੇ ਫੇਡੋ ਕੋਲੋਂ ਸੁਣ ਕੇ ਲਿਖਿਆ। ਸੁਕਰਾਤ ਦੇ ਚਿਹਰੇ ਤੇ ਦੁੱਖ ਦਾ ਕੋਈ ਪਰਛਾਵਾਂ ਨਜ਼ਰ ਨਹੀਂ ਆ ਰਿਹਾ ਸੀ। ਉਸਨੇ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਕਿਹਾ, ਪਰਮਾਤਮਾ ਨੇ ਸੁੱਖ ਤੇ ਮੁਸੀਬਤ ਵਿੱਚ ਝਗੜਾ ਹੁੰਦਾ ਦੇਖ ਕੇ ਦੋਵਾਂ ਨੂੰ ਇੱਕ ਡੰਡੀ ਤੇ ਦੋਵਾਂ ਸਿਰਿਆਂ ਤੇ ਬੰਨ੍ਹ ਦਿੱਤਾ ਹੈ। ਇਸ ਲਈ ਜੇ ਇੱਕ ਚੀਜ਼ ਕੋਲ ਜਾਵੇਗੀ ਤਾਂ ਦੂਸਰੀ ਵੀ ਨਾਲ ਹੀ ਜਾਵੇਗੀ। ਦੇਖੋ, ਹੁਣ ਤੱਕ ਹੱਥਕੜੀਆਂ ਨਾਲ ਮੇਰਾ ਹੱਥ ਦੁਖਦਾ ਸੀ, ਪਰ ਹੁਣ ਮੈਨੂੰ ਉਹੀ ਥਾਂ ਮਲਣ ਨਾਲ ਸੁੱਖ ਮਿਲਦਾ ਹੈ। ਸੁਕਰਾਤ ਨੇ ਆਪਣੀ ਜੇਲ੍ਹ ਵਿੱਚ ਲਿਖੀਆਂ ਕੁਝ ਕਵਿਤਾਵਾਂ ਤੇ ਉਹਨਾਂ ਦੇ ਪਿੱਛੇ ਸੁਪਨੇ ਦੀ ਊਰਜਾ ਵਾਲੀ ਕਹਾਣੀ ਸੁਣਾਈ। ਉਸਨੂੰ ਗੱਲਾਂ ਕਰਦਾ ਦੇਖ ਜੇਲ੍ਹ ਦੇ ਇੱਕ ਅਧਿਕਾਰੀ ਨੇ ਉਸਨੂੰ ਟੋਕ ਕੇ ਕਿਹਾ ਕਿ ਜ਼ਿਆਦਾ ਗੱਲਾਂ ਕਰਨ ਨਾਲ ਸਰੀਰ ਗਰਮ ਹੋ ਜਾਂਦਾ ਹੈ ਤੇ ਜ਼ਹਿਰ ਦਾ ਅਸਰ ਘਟ ਜਾਂਦਾ ਹੈ। ਜੋ ਲੋਕ ਵਧੇਰੇ ਉਤੇਜਿਤ ਹੁੰਦੇ ਹਨ ਤੇ ਜ਼ਿਆਦਾ ਗੱਲਾਂ ਕਰਦੇ ਹਨ, ਉਹਨਾਂ ਨੂੰ ਜ਼ਹਿਰ ਦੀਆਂ 2 ਜਾਂ 3 ਖੁਰਾਕਾਂ ਦੇਣੀਆਂ ਪੈਂਦੀਆਂ ਹਨ। ਇਸ ਲਈ ਜ਼ਹਿਰ ਦੀ ਸਜ਼ਾ ਵਾਲੇ ਮੁਜਰਿਮਾਂ ਨੂੰ ਚੁੱਪਚਾਪ ਬਹਿਣ ਦਾ ਆਦੇਸ਼ ਹੈ। ਸੁਕਰਾਤ ਨੇ ਕਿਹਾ ਕਿ ਲੋੜ ਅਨੁਸਾਰ ਉਹ ਜ਼ਹਿਰ ਦੀ ਦੂਸਰੀ ਜਾਂ ਤੀਸਰੀ ਮਾਤਰਾ ਵੀ ਲੈ ਲਵੇਗਾ, ਪਰ ਉਹ ਇਹਨਾਂ ਘੜੀਆਂ ਨੂੰ ਗਵਾਉਣਾ ਨਹੀਂ ਚਾਹੁੰਦਾ। ਇਹ ਕਹਿ ਕੇ ਉਹ ਆਪਣੇ ਪਿਆਰਿਆਂ ਸੇਬੇਸ ਅਤੇ ਸਿਮਿਆਸ ਨਾਲ ਗੱਲਾਂ ਵਿੱਚ ਜੁਟ ਗਿਆ। ਆਖਰੀ ਸਮੇਂ ਵੀ ਉਹ ਸਰੀਰ ਤੇ ਆਤਮਾ ਦੇ ਆਪਸੀ ਸੰਬੰਧਾਂ ਬਾਰੇ ਬੋਲ ਰਿਹਾ ਸੀ। ਉਸਨੇ ਉਹਨਾਂ ਨੂੰ ਕਿਹਾ ਕਿ ਕਿਸੇ ਚੰਗੇ ਦਿਨ ਤੁਸੀਂ ਵੀ ਅਜਿਹੀ ਯਾਤਰਾ ਦੀ ਤਿਆਰੀ ਕਰੋ। ਇਹ ਕਹਿ ਕੇ ਸੁਕਰਾਤ ਨਹਾਉਣ ਲਈ ਜਾਣ ਲੱਗਾ। ਉਸਨੇ ਕਿਹਾ, ਮੈਂ ਜ਼ਹਿਰ ਪੀਣ ਤੋਂ ਪਹਿਲਾਂ ਨਹਾਉਣਾ ਚਾਹੁੰਦਾ ਹਾਂ ਤਾਂ ਕਿ ਔਰਤਾਂ ਮੇਰੀ ਲਾਸ਼ ਨੂੰ ਨਹਾਉਣ ਦੀ ਤਕਲੀਫ਼ ਤੋਂ ਬਚ ਸਕਣ। ਸੁਕਰਾਤ ਨੇ ਉੱਠਦਿਆਂ ਕ੍ਰੀਟੋ ਨੇ ਉਸਦੇ ਪਰਿਵਾਰ ਸੰਬੰਧੀ ਕੋਈ ਉਪਦੇਸ਼ ਦੇਣ ਲਈ ਕਿਹਾ ਤਾਂ ਜਵਾਬ ਵਿੱਚ ਸੁਕਰਾਤ ਨੇ ਕਿਹਾ, ਤੁਸੀਂ ਸਾਰੇ ਆਪਣਾ ਧਿਆਨ ਰੱਖੋ। ਮੇਰੀ ਤੇ ਮੇਰੇ ਪਰਿਵਾਰ ਵਾਲਿਆਂ ਦੀ ਸੇਵਾ ਤੁਸੀਂ ਤਾਂ ਹੀ ਕਰ ਸਕੋਗੇ ਜੇ ਸੱਚ ਦੇ ਰਾਹ ਤੇ ਤੁਰੋਗੇ। ਨਹਾਉਣ ਤੋਂ ਬਾਅਦ ਸੁਕਰਾਤ ਨੇ ਆਪਣੇ ਪਰਿਵਾਰ ਦੀਆਂ ਔਰਤਾਂ ਤੇ ਆਪਣੇ ਬੱਚਿਆਂ ਨੂੰ ਬੁਲਾਇਆ ਤੇ ਉਹਨਾਂ ਨਾਲ ਆਖਰੀ ਵਾਰ ਸੰਖੇਪ
ਗੱਲਬਾਤ ਕਰਕੇ ਉਹਨਾਂ ਕੋਲ ਆਗਿਆ ਮੰਗੀ। ਆਖਰੀ ਵਾਰ ਉਸਨੇ ਆਪਣੇ ਪਿਆਰੇ ਮਿੱਤਰ ਕ੍ਰੇਟੋ ਵੱਲ ਮੂੰਹ ਕੀਤਾ। ਕ੍ਰੇਟੋ ਉੱਪਰ ਹੀ ਸੁਕਰਾਤ ਨੂੰ ਦਫ਼ਨਾਉਣ ਦੀ ਜ਼ਿੰਮੇਦਾਰੀ ਸੀ। ਉਸਨੇ ਕਿਹਾ, ਸਾਨੂੰ ਆਪਣੇ ਸ਼ਬਦਾਂ ਦੀ ਸਹੀ ਵਰਤੋਂ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਨਾ ਸਮਝੋ ਕਿ ਤੁਸੀਂ ਸੁਕਰਾਤ ਨੂੰ ਦਫ਼ਨ ਕਰ ਰਹੇ ਹੋ, ਇਹ ਕਹੋ ਕਿ ਉਸਦਾ ਸਰੀਰ ਦਫ਼ਨਾ ਰਹੇ ਹਾਂ। ਸ਼ਬਦਾਂ ਦੀ ਗਲਤ ਵਰਤੋਂ ਦਾ ਦੋਸ਼ ਆਤਮਾ ਵਿੱਚ ਵੀ ਬੁਰਾਈ ਜਗਾਉਂਦਾ ਹੈ। ਸੂਰਜ ਢਲ ਰਿਹਾ ਸੀ। ਉਸ ਸਮੇਂ ਇੱਕ ਸਰਕਾਰੀ ਅਧਿਕਾਰੀ ਜ਼ਹਿਰ ਦੀ ਤਿਆਰੀ ਦੀ ਸੂਚਨਾ ਲੈ ਕੇ ਆ ਗਿਆ। ਇਹ ਕਹਿੰਦੇ ਹੀ ਉਹ ਰੋਣ ਲੱਗਾ। ਉਸਨੇ ਅਨੇਕ ਲੋਕਾਂ ਨੂੰ ਇਹ ਸੂਚਨਾ ਦਿੰਦਿਆਂ ਹੀ ਗੁੱਸੇ ਵਿੱਚ ਆ ਕੇ ਗਾਲਾਂ ਕੱਢਣੀਆਂ ਤੇ ਚੀਖਦਿਆਂ ਸੁਣਿਆ ਸੀ। ਸੁਕਰਾਤ ਸ਼ਾਂਤ ਰਿਹਾ। ਥੋੜ੍ਹੀ ਹੀ ਦੇਰ ਬਾਅਦ ਕੁਝ ਲੋਕ ਇੱਕ ਪਿਆਲਾ ਤਸ਼ਤਰੀ ਵਿੱਚ ਰੱਖੀ ਆ ਗਏ। ਸੁਕਰਾਤ ਨੇ ਪੁੱਛਿਆ, ਮੈਂ ਹੁਣ ਕੀ ਕਰਨਾ ਹੈ? ਅਧਿਕਾਰੀ ਨੇ ਕਿਹਾ, ਇਸ ਨੂੰ ਪੀ ਲਵੋ ਤੇ ਟਹਿਲਦੇ ਰਹੋ ਜਦ ਤੱਕ ਸਰੀਰ ਭਾਰੀ ਨਾ ਹੋ ਜਾਵੇ, ਫਿਰ ਤੁਸੀਂ ਲੇਟ ਜਾਣਾ। ਸੁਕਰਾਤ ਨੇ ਜ਼ਹਿਰ ਦਾ ਕੁਝ ਹਿੱਸਾ ਆਪਣੇ ਦੇਵਤੇ ਲਈ ਆਹੂਤੀ ਵਜੋਂ ਦੇਣ ਦੀ ਆਗਿਆ ਮੰਗੀ ਤੇ ਕਿਹਾ, ਹੇ ਪਰਮਾਤਮਾ, ਮੇਰੀ ਇਹ ਯਾਤਰਾ ਸੁਖਮਈ ਹੋਵੇ। ਇਹ ਕਹਿ ਕੇ ਉਹ ਬਿਨਾਂ ਕਿਸੇ ਦੁੱਖ ਕੇ ਸਾਰਾ ਜ਼ਹਿਰ ਪਿਆਲਾ ਪੀ ਗਿਆ। ਉਸਦੇ ਸ਼ਾਗਿਰਦ ਇਹ ਦੇਖ ਕੇ ਉਤੇਜਿਤ ਹੋਏ, ਪਰ ਸੁਕਰਾਤ ਨੇ ਸਭ ਨੂੰ ਸ਼ਾਂਤ ਰਹਿਣ ਲਈ ਕਿਹਾ। ਸੁਕਰਾਤ ਟਹਿਲਣ ਲੱਗਾ। ਉਦੋਂ ਤੱਕ ਟਹਿਲਦਾ ਰਿਹਾ ਜਦ ਤੱਕ ਕਿ ਉਸਦੇ ਪੈਰ ਭਾਰੀ ਨਹੀਂ ਹੋ ਗਏ। ਫਿਰ ਸਿੱਧਾ ਬਿਸਤਰ ਤੇ ਲੇਟ ਗਿਆ। ਜ਼ਹਿਰ ਦੇਣ ਵਾਲੇ ਉਸਦੇ ਪੈਰਾਂ ਤੇ ਸਰੀਰ ਦੇ ਕਈ ਭਾਗ ਦਬਾ ਕੇ ਰੱਖੇ। ਸੁਕਰਾਤ ਨੇ ਮੂੰਹ ਢੱਕ ਲਿਆ ਤੇ ਕ੍ਰੇਟੋ ਨੂੰ ਐਸਕਲੇਪੀਅਮ ਦੇਵਤੇ ਲਈ ਇੱਕ ਮੁਰਗੇ ਦੀ ਬਲੀ ਦੇਣ ਦਾ ਯਾਦ ਕਰਵਾਇਆ। ਕੁਝ ਸਮੇਂ ਬਾਅਦ ਉਸਦਾ ਸਰੀਰ ਠੰਡਾ ਪੈ ਗਿਆ ਤੇ ਮੂੰਹ ਖੁੱਲ੍ਹਾ ਰਹਿ ਗਿਆ। ਸਭ ਨੇ ਦੇਖ ਲਿਆ ਕਿ ਸੁਕਰਾਤ ਦੀ ਆਤਮਾ ਜਾ ਚੁੱਕੀ ਹੈ। ਏਥਨਜ਼ ਨਗਰ ਦੇ ਘਰਾਂ ਵਿੱਚ ਦੀਵੇ ਜਗ ਚੁੱਕੇ ਸਨ, ਪਰ ਗਿਆਨ ਦਾ ਉਹ ਸੂਰਜ ਅਸਤ ਹੋ ਗਿਆ ਸੀ, ਜਿਸ ਨੇ ਫਿਰ ਉਦੋਂ ਹੋਣਾ ਸੀ ਤੇ ਸਾਰੇ ਸੰਸਾਰ ਵਿੱਚ ਗਿਆਨ ਦੇ ਚਿੰਤਨ ਦਾ ਚਾਨਣ ਭਰਨਾ ਸੀ। ਫੈਡੋ ਦੇ ਅੰਤਲੇ ਸ਼ਬਦ ਜੋ ਪਲੇਟੋ ਨੇ ਉਸਦੇ ਬੋਲਾਂ ਵਜੋਂ ਲਿਖੇ ਸਨ। ਐਚੋਕਰਾਟਿਸ ਸਾਡੇ ਮਿੱਤਰ ਦਾ ਅੰਤ ਇਸ ਤਰ੍ਹਾਂ ਹੋਇਆ। ਉਹ ਆਦਰਸ਼ ਵਿਅਕਤੀ ਸੀ, ਸਭ ਤੋਂ ਸਿਆਣਾ, ਇਨਸਾਫ ਪਸੰਦ ਤੇ ਸਰਵੋਤਮ ਇਨਸਾਨ ਸੀ ਸੁਕਰਾਤ। ਇਸ ਤੋਂ ਅਗਲਾ ਸਫ਼ਰ ਸੁਕਰਾਤ ਦੇ ਗਿਆਨ, ਦਰਸ਼ਨ ਤੇ ਚਿੰਤਨ ਨੇ ਤੈਅ ਕਰਨਾ ਸੀ। ਪੂਰੀ ਦੁਨੀਆ ਤੇ ਛਾ ਜਾਣਾ ਸੀ।